ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ। ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਵਹਾਰਾ ਸੰਤਨ ਸਿਉ ਹਮ ਲਾਹਾ ਖਾਟਿਆ ਹਰ ਭਗਤ ਹਰੇ ਭੰਡਾਰਾ। ਸੰਤਨ ਮੋਕਉ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈ ਗੋ ਸਗਲੋ ਲੇਖਾ। ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੁ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ। ਕਹੁ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ। ਪਰਮ ਸਤਿਕਾਰਯੋਗ ਤਖਤ ਚਬਰ ਛਤਰ ਦੇ ਮਾਲਕ ਕੋਟ ਬ੍ਰਹਮੰਡਾਂ ਦੇ ਸਿਰਜਣਹਾਰੇ ਪਾਲਣਹਾਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਧਰੋ। ਦੋਵੇਂ ਹੱਥ ਜੋੜ ਕੇ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਗਾਹੀ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਤਿੰਨਾਂ ਮਹਾਂਪੁਰਖਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਆਪਾਂ ਕੱਲ੍ਹ ਰੋਜ਼ ਤੋਂ ਸਰਵਣ ਕਰਦੇ ਆ ਰਹੇ ਹਾਂ। ਗੁਰੂ ਪਿਤਾ ਜੀ ਕਿਰਪਾ ਕਰਨ ਆਪਾਂ ਇਸ ਵਿਚਾਰ ਨੂੰ ਬੜੇ ਭੈ ਭਾਵਨੀ ਦੇ ਨਾਲ ਬੜੇ ਪਿਆਰ ਦੇ ਨਾਲ ਸਰਵਣ ਕਰ ਸਕੀਏ। ਸਤਿਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਜਿੱਥੇ ਤੱਕ ਵਿਚਾਰ ਆਪਾਂ ਕੀਤੀ ਹੈ, ਕੱਲ੍ਹ ਆਪ ਜੀ ਨੇ ਮਹਾਂਪੁਰਖਾਂ ਦੇ ਆਗਮਨ ਦੀ ਕਥਾ, ਮਹਾਂਪੁਰਖਾਂ ਦੇ ਜਨਮ ਨਗਰ ਦੀ ਜੋ ਕਿੱਥੋਂ ਮੁੱਢ ਵੱਜਿਆ ਉਹ ਕਥਾ ਆਪ ਜੀ ਨੇ ਸਰਵਣ ਕੀਤੀ ਤੇ ਸੰਤ ਬਾਬਾ ਆਇਆ ਸਿੰਘ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਜਿਸ ਤਰ੍ਹਾਂ ਮਹਾਂਪੁਰਖ ਪਹੁੰਚੇ ਉਹ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ। ਸੋ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਤਰ੍ਹਾਂ ਸੰਤ ਬਾਬਾ ਜਵਾਲਾ ਸਿੰਘ ਜੀ ਜੋ ਸੰਤ ਬਾਬਾ ਆਇਆ ਸਿੰਘ ਜੀ ਦੇ ਪਵਿੱਤਰ ਚਰਨਾਂ ਦੇ ਵਿੱਚੋਂ ਵਰਸਾਏ ਗਏ ਤੇ ਜਦੋਂ ਮਹਾਂਪੁਰਖਾਂ ਦੇ ਕੋਲੋਂ ਉਪਦੇਸ਼ ਪ੍ਰਾਪਤ ਕਰਕੇ ਦਰਿਆ ਦੇ ਕਿਨਾਰੇ ਜਾ ਕੇ ਦਿਗੰਬਰ ਹੋ ਕੇ ਬਸਤਰ ਉਤਾਰ ਕੇ ਬ੍ਰਕਤ ਅਵਸਥਾ ਦੇ ਵਿੱਚ ਬੈਠ ਗਏ ਤਾਂ ਮਹਾਂਪੁਰਖਾਂ ਨੇ ਬਾਬਾ ਆਇਆ ਸਿੰਘ ਜੀ ਨੇ
ਮਹਾਂਪੁਰਖਾਂ ਨੂੰ ਕੋਲ ਸੱਦਿਆ ਔਰ ਬਚਨ ਕੀਤਾ ਵੀ ਤੁਸੀਂ ਨਗਨ ਹੋ ਕੇ ਕਿਉਂ ਬੈਠੇ। ਤਾਂ ਸੰਤਾਂ ਨੇ ਨਿਮਰਤਾ ਸਹਿਤ ਹੱਥ ਜੋੜੇ, ਬੇਨਤੀ ਕੀਤੀ, ਹਜੂਰ ਆਪ ਜੀ ਦਾ ਹੁਕਮ ਸੀ ਕਿ ਕਿਸੇ ਅੱਗੇ ਹੱਥ ਨਹੀਂ ਅੱਡਣਾ। ਇਸ ਲਈ ਅਸੀਂ ਸੋਚਿਆ ਕਿ ਜੇ ਤਨ ਤੇ ਵਸਤਰ ਹੋਣਗੇ ਤਾਂ ਇਹਨਾਂ ਦੇ ਫਟਣ ਦੇ ਉਪਰੰਤ ਨਵੇਂ ਵਸਤਰਾਂ ਵਾਸਤੇ ਕਿਸੇ ਅੱਗੇ ਹੱਥ ਅੱਡਣਾ ਹੀ ਪਵੇਗਾ। ਮਹਾਂਪੁਰਖ ਸੰਤ ਬਾਬਾ ਆਇਆ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜਵਾਲਾ ਸਿੰਘ ਜੀ, ਤੁਹਾਡਾ ਅਹੁਦਾ ਬਹੁਤ ਉੱਚਾ ਹੋਵੇਗਾ। ਤੁਹਾਡੇ ਵਾਸਤੇ ਪਰਮੇਸ਼ਰ ਨੇ ਬਹੁਤ ਵੱਡਾ ਇੰਤਜ਼ਾਮ ਕੀਤਾ ਹੋਇਆ ਹੈ। ਤੁਹਾਡੇ ਦਰ ਤੇ ਆਇਆ ਹੋਇਆ ਵੀ ਕੋਈ ਸਵਾਲੀ ਖਾਲੀ ਨਹੀਂ ਜਾਇਆ ਕਰੇਗਾ, ਉਸ ਤੇ ਵੀ ਤੁਸੀਂ ਬਖਸ਼ਿਸ਼ ਹੀ ਕਰਿਆ ਕਰੋਗੇ। ਤੇ ਤੁਸੀਂ ਨਿਸ਼ਚਿੰਤ ਹੋ ਕੇ ਆਪਣੀ ਪਲਟਨ ਦੇ ਵਿੱਚ ਜਾਓ, ਤੁਹਾਨੂੰ ਕਿਸੇ ਕਿਸਮ ਦੀ ਫਿਕਰ ਕਰਨ ਦੀ ਲੋੜ ਨਹੀਂ। ਤੋ ਦੂਸਰਾ ਬਚਨ ਮਹਾਂਪੁਰਖਾਂ ਨੇ ਆਖਿਆ ਕਿ ਜੀ ਤੁਸੀਂ ਆਖਿਆ ਹੈ ਕਿ ਪਲਟਨ ਦੇ ਵਿੱਚ ਰਾਤ ਦੇ ਸਮੇਂ ਨਹੀਂ ਬਿਰਾਜਣਾ, ਇਕਾਂਤ ਦੇ ਵਿੱਚ ਬੈਠਣਾ ਹੈ। ਤੋ ਮਹਾਰਾਜ ਪਲਟਨ ਦੇ ਵਿੱਚ ਰਹਿੰਦਿਆਂ ਹੋਇਆਂ ਫਿਰ ਇਕਾਂਤ ਦੇ ਵਿੱਚ ਅਸੀਂ ਕਿਸ ਤਰ੍ਹਾਂ ਰਹਿ ਸਕਦੇ ਹਾਂ ਰਾਤ ਦੇ ਸਮੇਂ। ਤੇ ਬਾਕੀ ਜੇ ਇਕਾਂਤ ਦੇ ਵਿੱਚ ਬੈਠਾਂਗੇ ਤੇ ਖੂੰਖਾਰ ਪਠਾਣੀ ਇਲਾਕਾ ਹੈ ਇਹ, ਤੇ ਉਹ ਹਮੇਸ਼ਾ ਸਿੱਖਾਂ ਨਾਲ ਖਾਰ ਖਾਂਦੇ ਹਨ। ਤਾਂ ਬਾਬਾ ਆਇਆ ਸਿੰਘ ਜੀ ਕਹਿਣ ਲੱਗੇ, ਕਹਿੰਦੇ ਤੁਸੀਂ ਬੇਝਿਜਕ ਰਹੋ, ਤੁਹਾਡੀ ਹਵਾ ਵੱਲ ਵੀ ਕੋਈ ਝਾਕ ਨਹੀਂ ਸਕਦਾ, ਨਾ ਹੀ ਕੋਈ ਭੈੜੀ ਆਤਮਾ ਤੁਹਾਡਾ ਪਿੱਛਾ ਕਰ ਸਕਦੀ ਹੈ। ਤੁਹਾਡੇ ਜਲਾਲ ਦੀ ਤਾਬ ਸਾਹਮਣੇ ਕੋਈ ਖੜ ਨਹੀਂ ਸਕਿਆ ਕਰੇਗਾ। ਬਾਬਾ ਆਇਆ ਸਿੰਘ ਜੀ ਨੇ ਨੇੜੇ ਖੜੇ ਮੇਜਰ ਸੂਬੇਦਾਰ ਉਹਨਾਂ ਨੂੰ ਕਿਹਾ ਕਿ ਭਾਈ ਜਵਾਲਾ ਸਿੰਘ ਉੱਤੇ ਬਾਕੀ ਦੇ ਜਵਾਨਾਂ ਵਾਂਗ ਆਰਡਰ ਲਾਗੂ ਨਹੀਂ ਹੋਣਾ ਚਾਹੀਦਾ। ਤੁਸੀਂ ਕਰਨਲ ਸਾਹਿਬ ਨੂੰ ਕਹਿ ਕੇ ਇਹਨਾਂ ਦੀ ਡਿਊਟੀ ਜਿਹੜੀ ਹੈ ਉਹ ਮੁਆਫ ਕਰਵਾ ਦੇਣੀ, ਰਾਤ ਦੇ ਸਮੇਂ ਇਹ ਇਕਾਂਤ ਵਿੱਚ ਹੀ ਬਿਰਾਜਿਆ ਕਰਨਗੇ। ਜਨਵਰੀ 1912 ਈਸਵੀ ਨੂੰ 34 ਸਿੱਖ ਰੈਜੀਮੈਂਟ ਰਾਵਲਪਿੰਡੀ ਤੋਂ ਬਦਲ ਕੇ ਪਿਸ਼ਾਵਰ ਚਲੀ ਗਈ। ਸੰਤ ਮਹਾਰਾਜ ਜੀ ਨੇ ਪਿਸ਼ਾਵਰ ਛਾਉਣੀ ਵਿੱਚ ਰਹਿੰਦਿਆਂ ਸਿਮਰਨ ਭਜਨ ਕਰਨ ਵਾਸਤੇ ਪੰਜ ਤੀਰਥੀ ਦਾ ਸਥਾਨ, ਜਿੱਥੇ ਪਾਂਡਵਾਂ ਦਾ ਸਰੋਵਰ ਵੀ ਕਿਹਾ ਜਾਂਦਾ ਹੈ, ਇਹ ਜਗ੍ਹਾ ਚੁਣ ਲਈ। ਉਸ ਸਮੇਂ ਉਹ ਸਥਾਨ ਜੰਗਲ ਜਿਹੀ ਇਕਾਂਤ ਸੀ। ਸੰਤ ਮਹਾਰਾਜ ਉਹਨਾਂ ਤੋਂ ਸੂਬੇਦਾਰ ਮੇਜਰ ਹੁਣ ਕੋਈ ਡਿਊਟੀ ਨਹੀਂ ਸੀ ਲੈਂਦਾ। ਇੱਥੋਂ ਤੱਕ ਖੁੱਲ੍ਹ ਸੀ ਕਿ ਪਰੇਡ ਦੇ ਵਿੱਚ ਵੀ ਸ਼ਾਮਲ ਹੋਣ ਲਈ ਨਹੀਂ ਸੀ ਕਿਹਾ ਜਾਂਦਾ। ਸੂਬੇਦਾਰ ਮੇਜਰ ਨੇ ਸੀਓ ਪਾਸੋਂ ਉਹਨਾਂ ਦੀ ਰੋਜ਼ਾਨਾ ਦੀ ਡਿਊਟੀ ਜਿਹੜੀ ਸੀ ਉਹ ਮੁਆਫ ਕਰਵਾ ਦਿੱਤੀ ਸੀ। ਇਸ ਲਈ ਸੰਤ ਜਵਾਲਾ ਸਿੰਘ ਜੀ ਹੁਣ ਪਲਟਣ ਦੇ ਗੁਰਦੁਆਰੇ ਵਿੱਚ ਹੀ ਨਿਵਾਸ ਰੱਖਦੇ ਤੇ ਅੱਠੇ ਪਹਿਰ ਬੰਦਗੀ ਅਤੇ ਤਤਿਕਸ਼ਾ ਦੇ ਵਿੱਚ ਮਸ਼ਰੂਫ ਰਹਿੰਦੇ। ਰਾਤ ਨੂੰ ਰਹਿਰਾਸ ਦੇ ਸਮੇਂ ਜਦੋਂ ਸਾਰੀ ਪਲਟਨ ਡਿਊਟੀ ਤੋਂ ਰਹਿਤ ਹੁੰਦੀ ਤਾਂ ਗੁਰਦੁਆਰੇ ਪਹੁੰਚਦੇ। ਉੱਥੇ ਹਜੂਰ ਫਿਰ ਸਿੱਧੀਆਂ ਧਾਰਨਾ ਜੋਟੀਆਂ ਬਣਾ ਕੇ ਰਸੀਲੀ ਤੇ ਗਰਜਵੀਂ ਆਵਾਜ਼ ਦੇ ਵਿੱਚ ਸ਼ਬਦ ਪੜ੍ਹਦੇ। ਕਈ ਵਾਰ ਮਹਾਂਪੁਰਖਾਂ ਨੇ ਇਹ ਧਾਰਨਾ ਪੜ੍ਹਨੀ, ਇਹੋ ਜਨਮ ਤੁਮਾਰੇ ਲੇਖੇ ਮਾਧੋ ਜਨਮ ਤੁਮਾਰੇ ਲੇਖੇ। ਪੰਚਮ ਦੀ ਸੁਰ ਦੇ ਵਿੱਚ ਜਦੋਂ ਮਹਾਂਪੁਰਖ ਇਹ ਧਾਰਨਾ ਪੜ੍ਹਦੇ, ਸਾਰੀ ਸੰਗਤ ਪਿੱਛੇ ਬੋਲਦੀ ਤਾਂ ਬਾਣੀ ਦੀਆਂ ਵਿਸਮਾਦਮਈ ਧੁਨਾਂ ਦਾ ਵਾਤਾਵਰਣ ਬਣ ਜਾਂਦਾ। ਸੰਗਤ ਦੇ ਮਨ ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਜੁੜ ਜਾਂਦੇ। ਅਰਦਾਸ ਤੋਂ ਪਿੱਛੋਂ ਸਾਰੀ ਸੰਗਤ ਆਪੋ ਆਪਣੀ ਥਾਂ ਚਲੇ ਜਾਂਦੀ। ਪਰ ਸੰਤ ਜਵਾਲਾ ਸਿੰਘ ਜੀ ਉਸੇ ਜੰਗਲ ਵਿੱਚ ਨਿਰਮਲ ਜਲ ਦੇ ਸਰੋਵਰ ਦੇ ਕਿਨਾਰੇ ਸਿਮਰਨ ਵਿੱਚ ਲੀਨ ਹੋ ਜਾਂਦੇ। ਇਹ ਜੰਗਲ ਵੀ ਕੁਦਰਤ ਦਾ ਇੱਕ ਸੁੰਦਰ ਕ੍ਰਿਸ਼ਮਾ ਸੀ। ਤੋ ਜੰਗਲ ਤੋਂ ਕੁਝ ਦੂਰੀ ਤੇ ਤਿੰਨ ਪਾਸੇ ਪਹਾੜਾਂ ਦੀਆਂ ਲੜੀਆਂ ਸਨ। ਪਹਾੜੀਆਂ ਤੇ ਹਰੇ ਹਰੇ ਦਰਖਤ ਮਨ ਨੂੰ ਕੀਲ ਲੈਂਦੇ। ਪਹਾੜਾਂ ਤੋਂ ਥੱਲੇ ਮੈਦਾਨੀ ਖੇਤਰ ਵਿੱਚ ਖੁਰਮਾਨੀ ਆਦਿਕ ਦੇ ਫਲਦਾਰ ਬੂਟੇ ਵੀ ਸਨ।
ਕਪਾਹ ਤੋਂ ਬਿਨਾ ਹੋਰ ਸਾਰੀ ਫਸਲ ਇਸ ਇਲਾਕੇ ਦੇ ਵਿੱਚ ਚੰਗੀ ਹੋ ਜਾਂਦੀ ਸੀ। ਇਸ ਇਲਾਕੇ ਦਾ ਗੰਨਾ ਬੜਾ ਮਸ਼ਹੂਰ ਸੀ ਤੇ ਗੰਨੇ ਤੋਂ ਬਣਿਆ ਪਿਸ਼ਾਵਰੀ ਗੁੜ ਖਾਣ ਦੇ ਵਿੱਚ ਬੜਾ ਸਵਾਦੀ ਹੁੰਦਾ। ਇਸ ਤਰ੍ਹਾਂ ਕੁਦਰਤੀ ਨਜ਼ਾਰਿਆਂ ਵਾਲੇ ਜੰਗਲ ਦੇ ਵਿਚਕਾਰ ਇਹ ਸਰੋਵਰ ਤੇ ਆਪ ਇਸ ਸਰੋਵਰ ਦੇ ਕਿਨਾਰੇ ਪਿੰਨੀ ਰੈਣੜੀਏ ਚਮਕਣ ਤਾਰੇ, ਜਗ ਹੈ ਸੰਤ ਜਨਾ ਮੇਰੇ RAM ਪਿਆਰੇ ਦੇ ਮਾਂ ਵਾਕ ਨੂੰ ਸਫਲਾ ਕਰਦੇ। ਮਗਰ ਪੋਹ ਦੇ ਮਹੀਨੇ ਤਾਂ ਇੱਥੇ ਬਹੁਤ ਜ਼ਿਆਦਾ ਸਰਦੀ ਹੋ ਜਾਂਦੀ ਤੇ ਕਦੀ ਕਦੀ ਤਾਂ ਬਰਫ਼ ਵੀ ਡਿੱਗਣ ਲੱਗ ਪੈਂਦੀ। ਪਰ ਹਜੂਰ ਇੱਕ ਖਾਕੀ ਚਾਦਰ ਦੀ ਬੁੱਕਲ ਮਾਰ ਕੇ ਰੰਗ ਰਤੜੇ ਨਾਰਾਇਣ ਦੇ ਨਾਲ ਰੱਤੇ ਰਹਿੰਦੇ ਤੇ ਜਦੋਂ ਮਨ ਕਰਦਾ ਤਾਂ ਇੰਨੀ ਸਰਦੀ ਵਿੱਚ ਵੀ ਸਰੋਵਰ ਦੇ ਬਰਫਾਨੀ ਪਾਣੀ ਅੰਦਰ ਗਲ ਤੱਕ ਪਾਣੀ ਕਰਕੇ ਸਾਰੀ ਰਾਤ ਖੜੇ ਰਹਿੰਦੇ। ਇਸ ਤਰ੍ਹਾਂ ਪਾਣੀ ਵਿੱਚ ਖੜੇ ਰਹਿਣ ਨਾਲ ਲਗਭਗ 4 ਮਹੀਨੇ ਦੀ ਸਾਧਨਾ ਕੀਤੀ। ਫਿਰ ਪੌ ਫਟਾਲੇ ਆਪਣੇ ਆਸਣ ਤੇ ਆ ਕੇ ਗੁਰਮਤਿ ਅਨੁਸਾਰ ਬਾਣੀ ਪੜ੍ਹਦੇ, ਸਤ ਵਸਤੂ ਦੀ ਪ੍ਰਾਪਤੀ ਲਈ ਗ੍ਰੰਥਾਂ ਦਾ ਅਧਿਐਨ ਕਰਦੇ, ਅਧਿਆਤਮ ਵਿਦਿਆ, ਬ੍ਰਹਮ ਵਿਦਿਆ, ਗਿਆਨ ਪ੍ਰਾਪਤ ਕਰਦੇ। ਇਸ ਸਮੇਂ ਸੰਤ ਜੀ ਆਮ ਲੋਕਾਂ ਵਾਂਗੂ ਫਜ਼ੂਲ ਗੱਲਾਂ ਨਹੀਂ ਸੀ ਕਰਦੇ, ਨਾ ਹੀ ਕਿਸੇ ਦੀ ਨਿੰਦਿਆ ਚੁਗਲੀ। ਗੁਰਬਾਣੀ ਦਾ ਹੁਕਮ ਜਿਸ ਤੇ ਸੰਤਾਂ ਨੂੰ ਅਟਲ ਵਿਸ਼ਵਾਸ ਸੀ, ਉਸਤਤ ਨਿੰਦਾ ਦੋ ਵਿਵਰਜਤ ਤਜਹੁ ਮਾਨ ਅਭਿਮਾਨਾ। ਗੁਰਮੁਖਾਂ ਵਾਲੇ ਜੀਵਨ ਦੇ ਵਿੱਚ ਯਕੀਨ ਰੱਖਦੇ ਸੀ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਸੋ ਗੁਰਮੁਖ ਨਾਦ ਵੇਦ ਵਿਚਾਰ ਅਰਥਾਤ ਗੁਰਮੁਖ ਸ਼ਬਦ ਦਾ ਅਭਿਆਸੀ ਅਤੇ ਗਿਆਨ ਸੰਬੰਧੀ ਗ੍ਰੰਥਾਂ ਦੀ ਖੋਜ ਕਰਦੇ ਹਨ। ਇਹ ਅਵਸਥਾ ਸੰਤ ਜਵਾਲਾ ਸਿੰਘ ਜੀ ਦੀ ਪਰਪੱਕ ਹੋ ਗਈ ਸੀ। ਇਸ ਅਵਸਥਾ ਵਿੱਚ ਜਿੱਥੇ ਜਗਿਆਸੂ ਨਿਰਵੈਰ ਹੋ ਜਾਂਦਾ ਹੈ, ਉੱਥੇ ਨਿਰਭਉ ਵੀ ਬਣ ਜਾਂਦਾ ਹੈ, ਭਾਵ ਕਿਸੇ ਦਾ ਡਰ ਨਹੀਂ ਰਹਿੰਦਾ। ਇੱਕ ਦਿਨ ਦੀ ਗੱਲ ਹੈ ਕਿ ਸੰਤ ਮਹਾਰਾਜ ਸਰੋਵਰ ਕਿਨਾਰੇ ਸਿਮਰਨ ਵਿੱਚ ਲੀਨ ਸਨ। ਨੇੜਿਓਂ ਦੀ ਪਿਸ਼ੌਰ ਨੂੰ ਇੱਕ ਰਸਤਾ ਜਾਂਦਾ ਸੀ ਜਿੱਥੇ ਕਾਫੀ ਆਵਾਜਾਈ ਰਹਿੰਦੀ। ਲਾਗਿਓਂ ਦੀ ਲੰਘ ਰਹੇ 4 ਦੁਸ਼ਟ ਪਠਾਣਾਂ ਨੇ ਸੰਤ ਮਹਾਰਾਜ ਜੀ ਨੂੰ ਦੇਖਿਆ। ਉਹਨਾਂ ਨਿਸ਼ਚਾ ਕੀਤਾ ਕਿ ਇਹ ਸਿੱਖ ਰੋਜ਼ ਰਾਤ ਨੂੰ ਵੀ ਇਸ ਸਰੋਵਰ ਤੇ ਆਉਂਦਾ ਹੈ। ਉਹ ਸ਼ਸਤਰ ਲੈ ਕੇ ਸੰਤਾਂ ਨੂੰ ਮਾਰਨ ਲਈ ਆ ਗਏ। ਤਾਂ ਉਸ ਸਮੇਂ ਸੰਤ ਮਹਾਰਾਜ ਅਜੇ ਸੁਚੇਤ ਅਵਸਥਾ ਵਿੱਚ ਹੀ ਸਨ। ਉਹਨਾਂ ਨੇ ਝੱਟ ਪਠਾਣਾਂ ਦੇ ਪੈਰਾਂ ਦੀ ਆਵਾਜ਼ ਸੁਣ ਕੇ ਕਮਰ ਕਸਾ ਕੀਤਾ ਤੇ ਆਪਣਾ ਸ਼ਸਤਰ ਜੋ ਉਹਨਾਂ ਨੇ ਕੋਲ ਰੱਖਿਆ ਹੋਇਆ ਸੀ, ਸਫਾ ਜੰਗ, ਆਪਣੇ ਹੱਥ ਵਿੱਚ ਲੈ ਕੇ ਖੜੇ ਹੋ ਗਏ। ਮਹਾਰਾਜ ਹਮੇਸ਼ਾ ਸਫਾ ਜੰਗ ਆਪਣੇ ਕੋਲ ਰੱਖਦੇ ਹੁੰਦੇ ਸੀ। ਸੰਤਾਂ ਨੂੰ ਤਿਆਰ ਬਰ ਤਿਆਰ ਖੜੇ ਦੇਖ ਕੇ ਪਠਾਨ 100 ਕਦਮ ਤੇ ਪਿੱਛੇ ਖੜੇ ਹੋ ਗਏ ਤੇ ਪੁੱਛਿਆ, ਤੂੰ ਕੌਣ ਹੈ? ਤਾਂ ਸੰਤ ਮਹਾਰਾਜ ਬੜੀ ਨਿਰਭੈਤਾ ਦੇ ਨਾਲ ਜਲਾਲ ਦੇ ਵਿੱਚ ਆ ਕੇ ਕਹਿੰਦੇ, ਮੈਂ ਸਰਦਾਰ ਹਰੀ ਸਿੰਘ ਨਲੂਏ ਦਾ ਭਰਾ। ਤਾਂ ਅੱਗਿਓਂ ਪਠਾਨ ਕਹਿਣ ਲੱਗੇ, ਹਰੀ ਸਿੰਘ ਨਲੂਆ ਤਾਂ ਕਿੰਨੀ ਦੇਰ ਦਾ ਮਰ ਚੁੱਕਿਆ ਹੈ। ਤਾਂ ਮਹਾਰਾਜ ਕਹਿਣ ਲੱਗੇ, ਕਹਿੰਦੇ ਨਲੂਏ ਦੇ ਭਰਾ ਤਾਂ ਬਈ ਅਜੇ ਜਿਉਂਦੇ ਹੀ ਹਨ। ਤੋ ਸੰਤਾਂ ਦੀ ਆਵਾਜ਼ ਉਸੇ ਤਰ੍ਹਾਂ ਗਰਜਮੀ ਸੀ, ਕੋਈ ਭੈ ਨਹੀਂ ਸੀ। ਇਹਨਾਂ ਗੱਲਾਂ ਦਾ ਪਠਾਣਾ ਤੇ ਇੰਨਾ ਪ੍ਰਭਾਵ ਪਿਆ ਕਿ ਉਹ ਸੰਤ ਮਹਾਰਾਜ ਦੀ ਚਰਨੀ ਪੈ ਗਏ, ਖਿਮਾ ਮੰਗੀ ਕਿ ਅੱਲਾ ਦੇ ਲੋਕ, ਅਸੀਂ ਆਪਣੇ ਮਨ ਵਿੱਚ ਤੁਹਾਡੇ ਲਈ ਬੁਰਾ ਇਰਾਦਾ ਧਾਰ ਕੇ ਆਏ, ਪਰ ਤੁਹਾਡੇ ਬੋਲਾਂ ਨੇ ਸਾਡੇ ਮਨਾਂ ਨੂੰ ਭੈ ਭੀਤ ਕਰਕੇ ਮੁਆਫੀ ਮੰਗਣ ਲਈ ਮਜਬੂਰ ਕਰ ਦਿੱਤਾ। ਸੋ ਸਾਡੇ ਤੇ ਰਹਿਮ ਕਰੋ। ਸੰਤਾਂ ਨੇ ਕਿਹਾ, ਹੇ ਅੱਲਾ ਵਾਲਿਓ, ਤੁਹਾਡੇ ਤੇ ਮੇਰੇ ਮੁਰਸ਼ਦ ਜੋ ਹੋਤੀ ਮਰਦਾਨ ਵਿੱਚ ਰਹਿੰਦੇ ਹਨ, ਉਹ ਰਹਿਮ ਕਰਨਗੇ। ਫਿਰ ਪਠਾਨ ਖੁਸ਼ ਹੋ ਕੇ ਕਹਿਣ ਲੱਗੇ, ਹੋਤੀ ਮਰਦਾਨ ਵਾਲੇ ਉਹ ਜ਼ਾਹਰਾ ਪੀਰ ਤੁਹਾਡੇ ਮੁਰਸ਼ਦ ਹਨ? ਸੰਤਾਂ ਨੇ ਦੱਸਿਆ ਕਿ ਦਾਸ ਤੇ ਉਹਨਾਂ ਦੀ ਹੀ ਮਿਹਰ ਹੈ। ਫਿਰ ਪਠਾਣਾ ਨੇ ਸਿਜਦਾ ਕੀਤਾ ਤੇ ਆਗਿਆ ਮੰਗੀ ਤੇ ਸਿੱਧੇ ਹੋਤੀ ਮਰਦਾਨ ਪਹੁੰਚੇ। ਆਪਣੇ ਮਨ ਵਿੱਚ ਆਈਆਂ ਬੁਰਾਈਆਂ ਨੂੰ ਬਖਸ਼ਾਉਣ ਲਈ ਬੇਨਤੀਆਂ ਕਰਨ ਲੱਗੇ। ਸੰਤ ਮਹਾਰਾਜ ਆਇਆ ਸਿੰਘ ਜੀ ਨੇ ਉਹਨਾਂ ਪਠਾਉਣਾ ਨੂੰ
ਪਸ਼ਤੋ ਬੋਲੀ ਜੋ ਪਠਾਣਾਂ ਦੀ ਮਾਤ ਬੋਲੀ ਸੀ, ਪਸ਼ਤੋ ਬੋਲੀ ਦੇ ਵਿੱਚ ਸ਼ੁਭ ਉਪਦੇਸ਼ ਦਿੱਤਾ ਤੇ ਖੁਦਾ ਦੇ ਰਸਤੇ ਦੇ ਉੱਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਹਨਾਂ ਪਠਾਣਾਂ ਦੀ ਬੁੱਧੀ ਅੱਗੋਂ ਵਾਸਤੇ ਵੀ ਮਾੜੇ ਕਰਮਾਂ ਤੋਂ ਨਿਰਲੇਪ ਅਤੇ ਪਵਿੱਤਰ ਹੋ ਗਈ। ਉਹ ਪੂਰੇ 5 ਨਮਾਜ਼ੀ ਬਣ ਗਏ ਤੇ ਖੁਦਾ ਕਰਨ ਲੱਗੇ। ਹੋਤੀ ਮਰਦਾਨ ਦੇ ਡੇਰੇ ਆ ਕੇ ਸੇਵਾ ਤੇ ਸਤਸੰਗ ਕਰਿਆ ਕਰਦੇ। ਇਸ ਤਰ੍ਹਾਂ ਪੂਰਨ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ। ਗੁਰਬਾਣੀ ਦਾ ਫਰਮਾਨ ਹੈ, ਬਚਨ ਗੁਰੂ ਜੋ ਪੂਰਾ ਕਹਿਆ, ਮੈਂ ਸ਼ੀਕ ਗਾਂਠਰੀ ਬਾਧਾ। ਇਸੇ ਤਰ੍ਹਾਂ ਬਾਬਾ ਆਇਆ ਸਿੰਘ ਜੀ ਨੇ ਜੋ ਸੰਤ ਜਵਾਲਾ ਸਿੰਘ ਜੀ ਨੂੰ ਬਚਨ ਕਿਹਾ ਸੀ ਕਿ ਜੰਗਲ ਵਿੱਚ ਸਿਮਰਨ ਕਰਦਿਆਂ ਕੋਈ ਖਤਰੇ ਵਾਲੀ ਗੱਲ ਨਹੀਂ ਵਾਪਰੇਗੀ। ਕੁਦਰਤ ਦੀ ਸਾਰੀ ਨਿਯਮਾਵਲੀ ਤਾਂ ਬਦਲ ਸਕਦੀ ਹੈ, ਪਰ ਸਾਧੂ ਦਾ ਕੀਤਾ ਹੋਇਆ ਬਚਨ ਨਹੀਂ ਬਦਲ ਸਕਦਾ। ਅਥਵਾ ਗੁਰਬਾਣੀ ਦਾ ਫਰਮਾਨ ਹੈ, ਨਿਸ ਬਾਸਰ ਨਖੇਤਰ ਬਿਨਾਸੀ, ਰਬ ਸਸੀਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਚਾਰ ਬਿਨਾਸੀ ਖਟਹਿ ਬਿਨਾਸੀ, ਇੱਕ ਸਾਧ ਬਚਨ ਨੇਹ ਚਲਾਦਾ। ਸੰਤ ਮਹਾਰਾਜ ਜੀ ਦੀ ਇਸ ਤਰ੍ਹਾਂ ਭਜਨ ਕਰਦਿਆਂ ਸਿਮਰਨ ਕਰਦਿਆਂ ਜੀਵਨ ਦੇ ਦਿਨ ਬਤੀਤ ਹੋ ਰਹੇ ਸਨ। ਪਿਸ਼ੌਰ ਸ਼ਹਿਰ ਦੇ ਵਿੱਚ ਇੱਕ ਅਲਮਸਤ ਫਕੀਰ ਬਾਬਾ ਕਾਹਨ ਜੀ, ਜੋ ਹਮੇਸ਼ਾ 6ਵੀਂ 7ਵੀਂ ਭੂਮਿਕਾ ਦੇ ਵਿੱਚ ਬਿਰਾਜਦੇ। 6ਵੀਂ 7ਵੀਂ ਭੂਮਿਕਾ ਤੋਂ ਭਾਵ ਵੀ ਉਹ ਆਪਣੇ ਸਰੀਰ ਦੀ ਵੀ ਬਹੁਤੀ ਸੁੱਧ ਨਹੀਂ ਸੀ ਰੱਖਿਆ ਕਰਦੇ। ਸੰਸਾਰੀ ਜੀਵ ਆਪਣੀਆਂ ਇੱਛਾਵਾਂ ਲੈ ਕੇ ਆਉਂਦੇ, ਪਰ ਬਾਬਾ ਕਾਹਨ ਜੀ ਅਜਿਹੇ ਸੰਸਾਰੀ ਲੋਕਾਂ ਨੂੰ ਬਹੁਤ ਗਾਲਾਂ ਕੱਢਦੇ ਤੇ ਇੱਟਾਂ ਵੱਟੇ ਮਾਰਦੇ। ਇੱਥੇ ਇਹ ਦੱਸਣਯੋਗ ਹੈ ਕਿ 3 ਤਰ੍ਹਾਂ ਦੇ ਸਾਧੂ ਸੰਸਾਰ ਵਿੱਚ ਹੋਇਆ ਕਰਦੇ। ਇੱਕ ਦਾਨੇ, ਦੂਜੇ ਦੀਵਾਨੇ ਤੇ ਤੀਜੇ ਮਸਤਾਨੇ। ਦਾਨੇ ਸਾਧੂ ਉਹ ਹੁੰਦੇ ਜੋ ਸੰਸਾਰੀ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆਂ ਉਹਨਾਂ ਨੂੰ ਸਦ ਉਪਦੇਸ਼ ਦਿੰਦੇ ਔਰ ਉਹਨਾਂ ਦੇ ਭਲੇ ਦਾ ਬਚਨ ਕਰਦੇ, ਉਹਨਾਂ ਨੂੰ ਭਲੇ ਪਾਸੇ ਲਾਉਂਦੇ। ਦੀਵਾਨੇ ਸਾਧੂ ਉਹ ਹੋਇਆ ਕਰਦੇ ਜੋ ਆਪਣਾ ਆਪ ਗੁਪਤ ਰੱਖ ਕੇ ਭਜਨ ਬੰਦਗੀ ਕਰਦੇ ਹੋਏ, ਬਹੁਤਾ ਕਿਸੇ ਦੇ ਨਾਲ ਮੇਲ ਜੋਲ ਨਾ ਰੱਖਦੇ ਹੋਏ, ਆਪਣੇ ਆਪ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦਾ ਭਲਾ ਕਰਦੇ ਹੋਏ ਚਲੇ ਜਾਂਦੇ। ਮਸਤਾਨੇ ਸਾਧੂ ਉਹ ਹੋਇਆ ਕਰਦੇ ਜੋ ਸੰਸਾਰ ਦੀ ਪਰਵਾਹ ਨਹੀਂ ਕਰਦੇ। ਤਨ ਤੇ ਬਸਤਰ ਹੈ ਨਹੀਂ ਹੈ, ਜਾਂ ਗਾਲਾਂ ਕੱਢਣੀਆਂ, ਨੇੜੇ ਨਾ ਕਿਸੇ ਨੂੰ ਆਉਣ ਦੇਣਾ, ਇਸ ਤਰ੍ਹਾਂ ਮਸਤਾਨੇ ਸਾਧੂਆਂ ਦੀ ਦਸ਼ਾ ਹੋਇਆ ਕਰਦੀ ਹੈ। ਤੋ ਸਾਧ ਸੰਗਤ ਇਸ ਤਰ੍ਹਾਂ ਦੇ ਸਾਧੂ ਸਨ ਬਾਬਾ ਕਾਹਨ ਜੀ ਪਿਸ਼ੌਰ ਇਲਾਕੇ ਦੇ ਵਿੱਚ। ਹਮੇਸ਼ਾ ਆਪਣੇ ਕੋਲ ਅੱਗ ਦਾ ਧੂਣਾ ਮਘਾਈ ਰੱਖਦੇ ਤੇ ਕਦੇ ਕਦੇ ਕਿਸੇ ਆਏ ਹੋਏ ਬੰਦੇ ਦੇ ਬਲਦੀ ਹੋਈ ਲੱਕੜ ਹੀ ਮਾਰ ਦਿਆ ਕਰਦੇ। ਗੱਲ ਕੀ, ਜੋ ਵੀ ਚੀਜ਼ ਆਉਂਦੀ ਉਹੀ ਮਾਰ ਦਿੰਦੇ। ਜਿਹੜਾ ਇਸ ਕੌਤਕ ਨੂੰ ਸਹਿ ਲੈਂਦਾ, ਬਾਬਾ ਕਾਹਨ ਜੀ ਤੋਂ ਮਨ ਇੱਛਤ ਫਲ ਲੈ ਜਾਂਦਾ। ਤੋ ਇਸੇ ਤਰ੍ਹਾਂ ਅਨੇਕਾਂ ਸਾਖੀਆਂ ਬਾਬਾ ਕਾਹਨ ਜੀ ਦੇ ਨਾਲ ਜੁੜੀਆਂ ਹੋਈਆਂ ਸਨ। ਜਿਵੇਂ ਇੱਕ ਸ਼ਾਹੂਕਾਰ ਦੀ ਪਤਨੀ ਅੱਖਾਂ ਤੋਂ ਅੰਨੀ ਹੋ ਗਈ, ਬਾਬਾ ਕਾਹਨ ਜੀ ਦੇ ਚਰਨਾਂ ਦੇ ਵਿੱਚ ਉਹ ਸ਼ਾਹੂਕਾਰ ਲੈ ਕੇ ਆਇਆ। ਬਾਬਾ ਜੀ ਨੇ ਪਹਿਲਾਂ ਬਹੁਤ ਗਾਲਾਂ ਕੱਢੀਆਂ, ਇੱਟਾਂ ਵੀ ਮਾਰੀਆਂ, ਸੋਟੀਆਂ ਵੀ ਮਾਰੀਆਂ, ਪਰ ਉਹ ਧੀਰਜ ਦੇ ਨਾਲ ਬਰਦਾਸ਼ਤ ਕਰੀ ਗਏ। ਅਖੀਰ ਬਾਬਾ ਜੀ ਉਹਨਾਂ ਨੂੰ ਪਰਖਣ ਵਾਸਤੇ ਕਹਿੰਦੇ, ਜਾਓ ਸਾਡੇ ਲਈ ਸ਼ਰਾਬ ਲੈ ਕੇ ਆਓ, ਮਠਿਆਈ ਲੈ ਕੇ ਆਓ, ਤੇ ਆ ਜਿੰਨੇ ਸਾਡੇ ਕੋਲ ਬੈਠੇ ਨੇ ਇਹਨਾਂ ਨੂੰ ਸਾਰਿਆਂ ਨੂੰ ਖਿਲਾਓ ਪਿਲਾਓ। ਤੋ ਇਸ ਤਰ੍ਹਾਂ ਉਹਨਾਂ ਨੇ ਵਚਨ ਸੱਤ ਕਰਕੇ ਮੰਨਿਆ। ਜਦੋਂ ਤੁਰਨ ਲੱਗੇ ਤੇ ਮਹਾਂਪੁਰਖਾਂ ਨੇ ਉਹਨਾਂ ਤੇ ਬਖਸ਼ਿਸ਼ ਕਰ ਦਿੱਤੀ ਤੇ ਉਸ ਬੀਬੀ ਦੀ ਨੇਤਰਾਂ ਦੀ ਜੋਤ ਸੀ ਜੋ ਵਾਪਸ ਆ ਗਈ। ਸੋ ਭਾਵ ਜਿਹੜਾ ਉਹਨਾਂ ਦੇ ਬਚਨਾਂ ਤੇ ਭਰੋਸਾ ਕਰ ਲੈਂਦਾ ਸੀ, ਉਹਨਾਂ ਤੇ ਬਖਸ਼ਿਸ਼ਾਂ ਵੀ ਹੋ ਜਾਂਦੀਆਂ। ਤੇ ਬਾਬਾ ਜੀ ਪਹਿਲਾਂ ਪਰਖ ਜ਼ਰੂਰ ਕਰਿਆ ਕਰਦੇ ਸਭ ਦੀ। ਤੋ ਹੁਣ ਸੰਤ ਜਵਾਲਾ ਸਿੰਘ ਜੀ, ਉਹਨਾਂ ਦਾ ਬਾਬਾ ਕਾਹਨ ਜੀ ਦੇ ਨਾਲ ਕਿਸ ਤਰ੍ਹਾਂ ਮਿਲਾਪ ਹੋਇਆ। 34 ਸਿੱਖ ਰੈਜੀਮੈਂਟ ਪਿਸ਼ੌਰ ਰਹਿੰਦਿਆਂ ਜਦੋਂ ਉਹਨਾਂ ਨੂੰ ਕੁਝ ਸਮਾਂ ਬੀਤਿਆ ਤਾਂ ਸੰਤ ਜਵਾਲਾ ਸਿੰਘ ਜੀ ਨੂੰ ਪਤਾ ਲੱਗਾ
ਕਿ ਇੱਥੇ ਇੱਕ ਅਲਮਸਤ ਸਾਧੂ ਬਾਬਾ ਕਾਹਨ ਜੀ ਰਹਿੰਦੇ ਨੇ। ਭਾਵੇਂ ਪਲਟਣ ਦੇ ਹੋਰ ਜਵਾਨ ਗਾਹੇ ਵਗਾਹੇ ਬਾਬਿਆਂ ਦੇ ਦਰਸ਼ਨਾਂ ਨੂੰ ਜਾਂਦੇ, ਇੱਟਾਂ ਵੱਟੇ ਗਾਲਾਂ ਦੀ ਵਿਛਾੜ ਇਹ ਦੇਖ ਕੇ ਮੁੜ ਆਉਂਦੇ, ਪਰ ਸੰਤ ਜਵਾਲਾ ਸਿੰਘ ਜੀ ਪੱਕਾ ਇਰਾਦਾ ਬਣਾ ਕੇ ਗਏ ਕਿ ਗਾਲਾਂ ਵੱਟੇ ਪੈਣ ਜੋ ਮਰਜ਼ੀ ਹੋਵੇ, ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚ ਕੇ ਹੀ ਮੁੜਾਂਗੇ। ਜਦੋਂ ਸੰਤ ਜੀ ਬਾਬਾ ਕਾਹਨ ਜੀ ਦੇ ਕੋਲ ਚਲੇ ਗਏ, ਨੇੜੇ ਹੋ ਕੇ ਬੈਠ ਗਏ। ਬਾਬਾ ਜੀ ਨੇ ਆਪਣੀ ਆਦਤ ਅਨੁਸਾਰ ਪਹਿਲਾਂ ਗਾਲਾਂ ਕੱਢੀਆਂ, ਫਿਰ ਇੱਟਾਂ ਵੀ ਮਾਰੀਆਂ, ਪਰ ਸੰਤ ਮਹਾਰਾਜ ਜੀ ਅਡੋਲ ਬੈਠੇ ਰਹੇ। ਫਿਰ ਬਾਬਾ ਕਾਹਨ ਜੀ ਰੌਲਾ ਪਾਉਣ ਲੱਗ ਪਏ ਕਿ ਮੈਂ ਲੁੱਟਿਆ ਗਿਆ, ਮੈਂ ਲੁੱਟਿਆ ਗਿਆ, ਮੈਨੂੰ ਇਸ ਬੰਦੇ ਦੇ ਕੋਲੋਂ ਬਚਾਓ। ਬਾਬਾ ਕਾਹਨ ਜੀ ਦੇ ਕੋਲ ਜੋ ਬੰਦੇ ਆ ਕੇ ਬੈਠੇ ਰਹਿੰਦੇ, ਉਹਨਾਂ ਨੇ ਦੁਹਾਈ ਸੁਣ ਕੇ ਸੰਤ ਜਵਾਲਾ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ, ਬਾਬਾ ਜੀ ਤੁਹਾਡੇ ਕਰਕੇ ਦੁਖੀ ਹੋ ਰਹੇ ਹਨ। ਸੰਤ ਕਹਿਣ ਲੱਗੇ ਤੁਸੀਂ ਮੇਰੇ ਤੇ ਬਾਬਾ ਜੀ ਦੇ ਵਿੱਚ ਦਖਲ ਨਾ ਦਿਓ, ਮੈਂ ਜਾਣਾ ਜਾਂ ਬਾਬਾ ਜੀ ਜਾਣਨ। ਇਸ ਤਰ੍ਹਾਂ ਕਹਿਣ ਤੇ ਸਾਰੇ ਬੰਦੇ ਪਿੱਛੇ ਹਟ ਗਏ। ਫਿਰ ਬਾਬਾ ਕਾਹਨ ਜੀ ਨੇ ਆਪਣੇ ਧੂਣੇ ਵਿੱਚੋਂ ਇੱਕ ਬਲਦੀ ਹੋਈ ਲੱਕੜ ਕੱਢੀ ਤੇ ਸੰਤਾਂ ਦੇ ਮੱਥੇ 'ਚ ਮਾਰੀ। ਸੰਤਾਂ ਦੇ ਅੱਖ ਤੋਂ ਥੋੜਾ ਜਿਹਾ ਉੱਪਰ ਲੱਕੜ ਲੱਗੀ ਤੇ ਲਹੂ ਦੀ ਤਤੀਰੀ ਵਗ ਪਈ। ਮਿੰਟਾਂ ਵਿੱਚ ਹੀ ਸੰਤਾਂ ਦੇ ਕੱਪੜੇ ਲਹੂ ਨਾਲ ਭਿੱਜ ਗਏ। ਚੁਆਤੇ ਦਾ ਲੱਕੜੀ ਦਾ ਲੱਗਿਆ ਹੋਇਆ ਜ਼ਖਮ ਦਾ ਦਾਗ ਸਾਰੀ ਉਮਰ ਹੀ ਸੰਤ ਮਹਾਰਾਜ ਦੇ ਮੱਥੇ ਤੇ ਰਿਹਾ। ਤੋ ਜਦੋਂ ਇਹ ਮਾਰ ਧਾੜ ਵਾਲਾ ਸਮਾਂ ਲੰਘਿਆ, ਫਿਰ ਵੀ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਅਡੋਲ ਤੇ ਦ੍ਰਿੜ ਇਰਾਦੇ ਨਾਲ ਬੈਠੇ ਰਹੇ। ਲਹੂ ਵਗਦਾ ਰਿਹਾ। ਇਹ ਭਾਣਾ ਉਸੇ ਤਰ੍ਹਾਂ ਵਰਤਿਆ ਜਿਸ ਤਰ੍ਹਾਂ ਸੁਖਦੇਵ ਦੀ ਪ੍ਰੀਖਿਆ ਲੈਣ ਲਈ ਰਾਜਾ ਜਨਕ ਜੀ ਨੇ ਉਹਨਾਂ ਦੇ ਸਿਰ ਵਿੱਚ ਜੂਠੀਆਂ ਪੱਤਲਾਂ ਸਟਾਈਆਂ, ਔਰ ਜਨਕ ਬਦੇਹੀ ਸੁਖਦੇਵ ਦੇ ਸਿਦਕ ਤੋਂ ਅਭੇਜ ਨਾ ਰਹਿ ਸਕੇ ਤੇ ਉਹਨਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਕਰਨਾ ਹੀ ਪਿਆ। ਪ੍ਰੇਮ ਦੇ ਵੱਜੇ ਹੋਏ ਬਾਬਾ ਕਾਹਨ ਜੀ ਨੇ ਜਦੋਂ ਦੇਖਿਆ ਕਿ ਸੰਤ ਜਵਾਲਾ ਸਿੰਘ ਤਾਂ ਸਿਦਕ ਦਾ ਬੜਾ ਪੱਕਾ ਹੈ, ਤਾਂ ਬਾਬਾ ਕਾਹਨ ਜੀ ਉੱਠੇ ਤੇ ਸੰਤ ਜਵਾਲਾ ਸਿੰਘ ਜੀ ਨੂੰ ਉੱਠ ਕੇ ਆਪਣੀ ਜੱਫੀ ਦੇ ਵਿੱਚ ਲੈ ਲਿਆ ਤੇ ਕੋਲ ਬਿਠਾ ਲਿਆ ਤੇ ਆਖਿਆ ਤੁਹਾਡੇ ਤੇ ਤਾਂ ਪਹਿਲਾਂ ਹੀ ਬਹੁਤ ਕਿਰਪਾ ਹੈ। ਸਾਹਿਬ ਮਹਾਰਾਜ ਆਇਆ ਸਿੰਘ ਜੀ ਦੀ ਤੁਹਾਡੇ ਕੋਲੋਂ ਤਾਂ ਉਹਨਾਂ ਨੇ ਕੋਈ ਵਸਤੂ ਛੁਪਾ ਕੇ ਨਹੀਂ ਰੱਖੀ ਤੇ ਤੁਹਾਨੂੰ ਇੱਥੇ ਆਉਣ ਦੀ ਤਾਂ ਕੋਈ ਲੋੜ ਹੀ ਨਹੀਂ ਸੀ। ਪਰ ਫਿਰ ਕੀ ਸੀ, ਇਹ ਦੋਵੇਂ ਰੂਹਾਂ ਮਿਲੀਆਂ, ਬ੍ਰਹਮ ਦੀਆਂ ਕਹਾਣੀਆਂ ਹੋਣ ਲੱਗੀਆਂ। ਤੋ ਪਰ ਉਸ ਮੇਲ ਨੇ ਇੱਕ ਐਸਾ ਮੋੜ ਲਿਆਂਦਾ ਕਿ ਸੰਤਾਂ ਨੇ ਬਾਬਾ ਕਾਹਨ ਜੀ ਦੇ ਬਚਨ ਅਨੁਸਾਰ ਆਪਣੇ ਵਸਤਰ ਵੀ ਉਤਾਰ ਦਿੱਤੇ, ਅਲਮਸਤ ਹੋ ਗਏ। ਉਹ ਸੰਤ ਬਾਬਾ ਕਾਹਨ ਜੀ ਵਾਂਗੂ ਮਸਤਾਨੀ ਅਵਸਥਾ ਦੇ ਵਿੱਚ ਰਹਿਣ ਲੱਗੇ। ਪਰ ਜਦੋਂ ਸੂਬੇਦਾਰ ਮੇਜਰ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ। ਸੂਬੇਦਾਰ ਮੇਜਰ ਹੋਤੀ ਮਰਦਾਨ ਸੰਤ ਆਇਆ ਸਿੰਘ ਜੀ ਦੇ ਕੋਲ ਪਹੁੰਚਿਆ ਤੇ ਬੜੀ ਉਦਾਸੀ ਬਿਰਤੀ ਦੇ ਨਾਲ ਬੇਨਤੀ ਕੀਤੀ ਕਿ ਸੰਤ ਜਵਾਲਾ ਸਿੰਘ ਤਾਂ ਬਾਬਾ ਕਾਹਨ ਜੀ ਦੇ ਨਾਲ ਮਿਲ ਕੇ ਅਲਮਸਤੀ ਦੀ ਹਾਲਤ ਵਿੱਚ ਪਹੁੰਚ ਗਏ, ਦਿਗੰਬਰੀ ਦਿਸ਼ਾ ਵਿੱਚ ਰਹਿੰਦੇ ਹਨ। ਸੰਤ ਆਇਆ ਸਿੰਘ ਜੀ ਮਹਾਰਾਜ ਨੇ ਅਚਰਜ ਹੋ ਕੇ ਕਿਹਾ, ਅੱਛਾ ਐਸਾ ਹੋ ਗਿਆ, ਵਾਪਸ ਜਾ ਕੇ ਉਹਨਾਂ ਨੂੰ ਕਹੋ ਕਿ ਤੁਹਾਨੂੰ ਹੋਤੀ ਮਰਦਾਨ ਸੱਦਿਆ ਹੈ। ਹੁਣ ਤੁਸੀਂ ਉੱਥੇ ਜਾਓਗੇ ਤਾਂ ਬਾਬਾ ਕਾਹਨ ਜੀ ਤੁਹਾਨੂੰ ਇੱਟਾਂ ਵੱਟੇ ਨਹੀਂ ਮਾਰਨਗੇ। ਇਹ ਹੁਕਮ ਲੈ ਕੇ ਸੂਬੇਦਾਰ ਮੇਜਰ ਬਾਵਰਦੀ ਹੀ ਬਾਬਾ ਕਾਹਨ ਜੀ ਦੇ ਧੂਣੇ ਲਾਗੇ ਪਹੁੰਚਿਆ ਤਾਂ ਦੋਨੋਂ ਮਹਾਂਪੁਰਸ਼ ਦੇਖ ਕੇ ਹੱਸ ਪਏ। ਹੱਸਦੇ ਹੱਸਦੇ ਕਹਿਣ ਲੱਗੇ ਕਿ ਹੋਤੀ ਮਰਦਾਨ ਤੋਂ ਹਜੂਰ ਦਾ ਕੀ ਸੰਦੇਸ਼ ਲੈ ਕੇ ਆਏ ਹੋ? ਤਾਂ ਮੇਜਰ ਸਾਹਿਬ ਨੇ ਦੋਨੋਂ ਹੱਥ ਜੋੜ ਕੇ ਸੰਤ ਜਵਾਲਾ ਸਿੰਘ ਜੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤੁਹਾਨੂੰ ਮਹਾਂਪੁਰਖਾਂ ਨੇ ਹੋਤੀ ਮਰਦਾਨ ਡੇਰੇ ਸੱਦਿਆ ਹੈ। ਸੋ ਆਪਣੇ ਮੁਰਸ਼ਿਦ ਦੇ ਬਚਨਾਂ ਨੂੰ ਸਿਰ ਮੱਥੇ ਮੰਨਦਿਆਂ ਸੰਤ ਜਵਾਲਾ ਸਿੰਘ ਜੀ ਨੇ ਸੂਬੇਦਾਰ ਮੇਜਰ ਕੋਲੋਂ ਬਸਤਰ ਲੈ ਕੇ ਬਸਤਰ ਪਹਿਨੇ ਤੇ ਹੋਤੀ ਮਰਦਾਨ ਨੂੰ ਚੱਲ ਪਏ। ਡੇਰੇ ਪਹੁੰਚ ਕੇ ਬਾਬਾ ਆਇਆ ਸਿੰਘ ਜੀ ਦੇ ਦਰਸ਼ਨ ਕੀਤੇ, ਚਰਨਾਂ ਤੇ ਨਮਸਕਾਰ ਕੀਤੀ। ਹਜੂਰ ਨੇ ਪ੍ਰੇਮ ਭਰਿਆ ਥਾਪੜਾ ਦਿੱਤਾ
ਤੇ ਫੜ ਕੇ ਉਤਾਂਹ ਉਠਾਇਆ। ਸੱਜਲ ਨੇਤਰਾਂ ਨਾਲ ਸੰਤ ਜਵਾਲਾ ਸਿੰਘ ਜੀ ਨੇ ਸੰਤ ਆਇਆ ਸਿੰਘ ਜੀ ਦੇ ਸਨਮੁਖ ਖੜੇ ਹੋ ਕੇ ਦਰਸ਼ਨ ਕੀਤੇ। ਤੋ ਮਹਾਂਪੁਰਖ ਬਾਬਾ ਆਇਆ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜਵਾਲਾ ਸਿੰਘ ਜੀ ਫਰਕ ਤਾਂ ਕੋਈ ਨਹੀਂ, ਪਰ ਜੇ ਤੁਸੀਂ ਅਲਮਸਤ ਬਿਰਤੀ ਧਾਰਨ ਕਰ ਲਓਗੇ ਤਾਂ ਇਸ ਬਿਰਤੀ ਨੇ ਤੁਹਾਨੂੰ ਇੱਕ ਜਨਮ ਹੋਰ ਲੈਣ ਲਈ ਮਜਬੂਰ ਕਰ ਦੇਣਾ। ਮਹਾਰਾਜ ਨੇ ਜਦ ਆਹ ਬਚਨ ਕੀਤਾ ਤਾਂ ਸੰਤ ਜਵਾਲਾ ਸਿੰਘ ਜੀ ਬੈਰਾਗ ਦੇ ਵਿੱਚ ਉੱਚੀ ਉੱਚੀ ਰੋਣ ਲੱਗ ਪਏ। ਇਸੇ ਹਾਲਤ ਵਿੱਚ ਬੇਨਤੀ ਕੀਤੀ ਕਿ ਦਾਸ ਭੁੱਲਣਹਾਰ ਹੈ, ਆਪ ਬਖਸ਼ਣਹਾਰ ਹੋ, ਦਾਸ ਨੂੰ ਸ਼ਰਨ ਆਏ ਨੂੰ ਬਖਸ਼ ਦੇਵੋ। ਮਹਾਰਾਜ ਆਇਆ ਸਿੰਘ ਜੀ ਨੇ ਕਿਰਪਾ ਦ੍ਰਿਸ਼ਟੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਨਹੀਂ, ਜਿਸ ਤਰ੍ਹਾਂ ਤੁਸੀਂ ਸਮਝਦੇ ਹੋ ਗਲਤੀ ਕੋਈ ਨਹੀਂ। ਸੰਤ ਜਵਾਲਾ ਸਿੰਘ ਜੀ ਨੇ ਕਿਹਾ, ਫਿਰ ਮਹਾਰਾਜ ਤੁਸੀਂ ਸਮਝਾ ਦਿਓ। ਫਿਰ ਬਾਬਾ ਆਇਆ ਸਿੰਘ ਜੀ ਨੇ ਸਾਰੀ ਵਾਰਤਾ ਖੋਲ ਕੇ ਦੱਸੀ ਕਿ ਜਿਨ੍ਹਾਂ ਜੀਵਾਂ ਨੇ ਤੁਹਾਡੇ ਤੋਂ ਗੁਰਮਤਿ ਦੀ ਸਿੱਖਿਆ ਲੈ ਕੇ ਜੀਵਨ ਮੁਕਤ ਹੋਣਾ ਹੈ, ਉਹ ਤੁਹਾਡੀ ਅਲਮਸਤੀ ਅਵਸਥਾ ਦੇ ਵਿੱਚ ਤੁਹਾਡੇ ਨੇੜੇ ਨਹੀਂ ਆ ਸਕਦੇ। ਤੇ ਜਦੋਂ ਤੁਹਾਡੇ ਨੇੜੇ ਨਹੀਂ ਆ ਸਕਣਗੇ ਤਾਂ ਤੁਹਾਡੇ ਤੋਂ ਵਰਸਾਏ ਕਿਸ ਤਰ੍ਹਾਂ ਜਾਣਗੇ। ਇਸ ਕਰਕੇ ਅਕਾਲ ਪੁਰਖ ਨੂੰ ਤੁਹਾਡਾ ਦਾਨੀ ਬਿਰਤੀ ਵਿੱਚ ਰਹਿਣਾ ਪ੍ਰਵਾਨ ਹੈ। ਇਸ ਲਈ ਦਾਨੀ ਬਿਰਤੀ ਦੇ ਵਿੱਚ ਤੁਸੀਂ ਜੀਵਨ ਮੁਕਤੀ ਦਾ ਆਨੰਦ ਮਾਣੋ। ਤਾਂ ਸੰਤ ਜਵਾਲਾ ਸਿੰਘ ਜੀ ਕਹਿਣ ਲੱਗੇ, ਮਹਾਰਾਜ ਹੁਣ ਦਾਸ ਲਈ ਕੀ ਹੁਕਮ ਹੈ। ਤਾਂ ਸੰਤ ਆਇਆ ਸਿੰਘ ਜੀ ਕਹਿਣ ਲੱਗੇ, ਕਹਿੰਦੇ ਹੁਣ ਤੁਹਾਨੂੰ ਦੁਆਰਾ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਅੰਮ੍ਰਿਤ ਛਕਣਾ ਪਵੇਗਾ ਦੁਆਰਾ, ਕਿਉਂਕਿ ਅਲਮਸਤ ਬਿਰਤੀ ਧਾਰਨ ਕਰਨ ਦੇ ਨਾਲ ਤੁਸੀਂ ਕਕਾਰ ਵਿਸਾਰ ਦਿੱਤੇ ਤੇ ਇਸ ਤਰ੍ਹਾਂ ਕਰਨ ਨਾਲ ਅੰਮ੍ਰਿਤ ਦੀ ਬੇਅਦਬੀ ਹੋ ਗਈ। ਤੇ ਦਸਮ ਪਾਤਸ਼ਾਹ ਦੀ ਆਗਿਆ ਨੂੰ ਕੋਈ ਬਦਲ ਨਹੀਂ ਸਕਦਾ। ਗੁਰੂ ਜੀ ਦਾ ਹੁਕਮ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਠਾਕੁਰ ਮੈਂ ਉਸਕਾ ਚੇਰਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਸਿੱਖ ਪਿਆਰਾ ਨਾਹੀਂ ਮਮ, ਰਹਿਤ ਪਿਆਰੀ ਆਹੇ। ਇਹ ਸੁਣਦਿਆਂ ਸੰਤਾਂ ਨੇ ਸਤ ਬਚਨ ਕਿਹਾ ਤੇ ਰਾਤ ਡੇਰੇ ਹੀ ਰਹੇ। ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਪੰਜ ਪਿਆਰੇ ਸਾਹਿਬਾਨਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਸੰਤ ਜਵਾਲਾ ਸਿੰਘ ਜੀ ਨੂੰ ਦੁਬਾਰਾ ਅੰਮ੍ਰਿਤ ਛਕਾਇਆ ਤੇ ਤਿਆਰ ਬਰ ਤਿਆਰ ਕੀਤਾ। ਸੋ ਇਸੇ ਤਰ੍ਹਾਂ ਦੀ ਵਾਰਤਾ ਵੱਡੇ ਮਹਾਂਪੁਰਖ ਬਾਬਾ ਖੁਦਾ ਸਿੰਘ ਜੀ ਦੇ ਜੀਵਨ ਵਿੱਚੋਂ ਵੀ ਮਿਲਦੀ ਹੈ। ਜਦੋਂ ਬਾਬਾ ਖੁਦਾ ਸਿੰਘ ਜੀ ਕਾਬਲ ਦੇ ਵੱਲ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਬਾਬਾ ਵੀਰ ਸਿੰਘ ਜੀ ਨਰੰਗਾਬਾਦੀਆਂ ਨੇ ਉਹਨਾਂ ਨੂੰ ਭੇਜਿਆ, ਤਾਂ ਬਾਬਾ ਖੁਦਾ ਸਿੰਘ ਜੀ ਤੇ ਵੀ ਇੱਕ ਸਮਾਂ ਅਜਿਹਾ ਆਇਆ ਜਦੋਂ ਉਹ ਵੀ ਅਲਮਸਤ ਅਵਧੂਤ ਦਿਗੰਬਰ ਬਣ ਗਏ। ਜਦੋਂ ਬਾਬਾ ਖੁਦਾ ਸਿੰਘ ਜੀ ਵਾਪਸ ਆਏ ਤਾਂ ਆਪਣੇ ਗੁਰਦੇਵ ਬਾਬਾ ਵੀਰ ਸਿੰਘ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਵੀ ਬਾਬਾ ਖੁਦਾ ਸਿੰਘ ਜੀ ਨੂੰ ਦੂਜੀ ਵਾਰੀ ਅੰਮ੍ਰਿਤ ਛਕਾਇਆ ਤੇ ਹੁਕਮ ਕੀਤਾ ਕਿ ਜੋ ਆਪ ਪੂਰਨ ਰਹਿਤ ਵੈਤ ਵਿੱਚ ਨਹੀਂ ਰਹਿੰਦਾ, ਉਹ ਆਏ ਸ਼ਰਧਾਲੂ ਨੂੰ ਗੁਰੂ ਕਲਗੀਆਂ ਵਾਲੇ ਦੇ ਮਾਰਗ ਦਾ ਪਾਂਧੀ ਕਿਵੇਂ ਬਣਾ ਸਕਦਾ ਹੈ। ਕਿਉਂਕਿ ਜਗਿਆਸੂ ਲਈ ਗਿਆਨ ਤੋਂ ਪਹਿਲਾਂ ਕਰਮ ਅਤੇ ਉਪਾਸ਼ਨਾ ਮਾਰਗ ਬਹੁਤ ਜ਼ਰੂਰੀ ਹੈ। ਜੋ ਗੁਰੂ ਦਾ ਦੱਸਿਆ ਹੋਇਆ ਕਰਮ ਹੈ ਅਤੇ ਉਪਾਸ਼ਨਾ ਦਾ ਜੋ ਤਰੀਕਾ ਹੈ, ਉਹ ਸਿੱਖ ਦਾ ਮੰਨਣ ਦਾ ਪਹਿਲਾ ਫਰਜ਼ ਹੈ, ਫਿਰ ਗਿਆਨ ਪੈਦਾ ਹੁੰਦਾ ਹੈ। ਤੋ ਇਸੇ ਤਰ੍ਹਾਂ ਬਾਬਾ ਖੁਦਾ ਸਿੰਘ ਜੀ ਨੇ ਆਪਣੇ ਗੁਰਦੇਵ ਮੁਰਸ਼ਦ ਦੇ ਪਾਸੋਂ ਇਹ ਉਪਦੇਸ਼ ਸਰਵਣ ਕੀਤਾ ਸੀ ਤੇ ਦੁਆਰਾ ਅੰਮ੍ਰਿਤ ਛਕਿਆ ਸੀ। ਤਿਆਰ ਬਰ ਤਿਆਰ ਸਿੰਘ ਸਜੇ ਸਨ। ਸੋ ਇਸੇ ਤਰ੍ਹਾਂ ਸੰਤ ਜਵਾਲਾ ਸਿੰਘ ਜੀ ਵੀ ਬਾਬਾ ਆਇਆ ਸਿੰਘ ਜੀ ਦੀ ਆਗਿਆ ਨਾਲ ਅੰਮ੍ਰਿਤ ਛਕ ਕੇ ਵਾਪਸ ਪਸ਼ੌਰ ਆ ਗਏ। ਤੋ ਹੁਣ ਪਲਟਣ ਦੇ ਵਿੱਚ ਜੋ ਮਾਹੌਲ ਸੀ, ਸੰਤ ਜਵਾਲਾ ਸਿੰਘ ਜੀ ਦਾ ਆਪਣੀ ਪਲਟਣ ਦੇ ਵਿੱਚ ਬਹੁਤ ਸਤਿਕਾਰ ਹੋਣ ਲੱਗ ਪਿਆ। ਹਰ ਵੇਲੇ 5-7 ਸਿੰਘ ਆਪਣੀ ਡਿਊਟੀ ਤੋਂ ਵਿਹਲੇ ਹੋ ਕੇ ਸੰਤਾਂ ਦੇ ਕੋਲ ਬਹਿ ਕੇ ਬੰਦਗੀ ਕਰਦੇ, ਮਹਾਰਾਜ ਜੀ ਦੇ ਲੰਗਰ ਪਾਣੀ ਦੀ ਸੇਵਾ ਵੱਧ ਚੜ੍ਹ ਕੇ ਕਰਦੇ, ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਨਾਮ ਭਾਈ ਈਸ਼ਰ ਸਿੰਘ ਜੀ, ਭਾਈ ਸੁੰਦਰ ਸਿੰਘ ਜੀ, ਭਾਈ ਬਰਿਆਮ ਸਿੰਘ, ਵੱਡੇ ਫਲੇ ਵਾਲੀਏ, ਇਹ ਨਾਮ ਵਿਸ਼ੇਸ਼ ਵਰਣਨਯੋਗ ਹਨ। ਸੰਤ ਜੀ ਨਾਲ ਪਿਆਰ ਤਾਂ ਸਾਰੇ ਅਥਾਹ ਕਰਦੇ ਸਨ, ਪਰ ਜਦੋਂ ਨਾਮ ਦੀਆਂ ਬਖਸ਼ਿਸ਼ਾਂ ਕਰਾਉਣ ਦੀ ਗੱਲ ਬੇਨਤੀ ਕਰਦੇ ਤਾਂ ਸੰਤ ਮਹਾਰਾਜ
ਹਮੇਸ਼ਾ ਗੁਰਮਰਜ਼ਾਦਾ ਨੂੰ ਮੁੱਖ ਰੱਖਦੇ ਅਤੇ ਇਹਨਾਂ ਸਾਰੇ ਗੁਰਮੁਖ ਜਨਾਂ ਨੂੰ ਬਾਬਾ ਆਇਆ ਸਿੰਘ ਜੀ ਦੇ ਕੋਲ ਹੋਤੀ ਮਰਦਾਨ ਲਿਜਾ ਕੇ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਅਤੇ ਮਹਾਂਪੁਰਖਾਂ ਪਾਸੋਂ ਨਾਮ ਦੀਆਂ ਜੁਗਤੀਆਂ ਬਖਸ਼ਿਸ਼ ਕਰਵਾਉਂਦੇ। ਪਰ ਇਹ ਸਾਰੇ ਪ੍ਰੇਮੀ ਬਾਬਾ ਜਵਾਲਾ ਸਿੰਘ ਜੀ ਨੂੰ ਆਪਣਾ ਵਿਚੋਲਾ ਸਮਝ ਕੇ ਮਹਾਂਪੁਰਸ਼ ਬਾਬਾ ਆਇਆ ਸਿੰਘ ਜੀ ਜਿੰਨਾ ਹੀ ਸਤਿਕਾਰ ਸਾਰੇ ਕਰਿਆ ਕਰਦੇ। ਮਹਾਂਪੁਰਖਾਂ ਦਾ ਜਿੱਥੇ ਸਤਿਕਾਰ ਕਰਨ ਵਾਲਿਆਂ ਦੀ ਕਮੀ ਨਹੀਂ ਸੀ, ਉੱਥੇ ਨਿੰਦਕਾਂ ਦਾ ਜੋ ਸੁਭਾਅ ਹੁੰਦਾ ਹੈ ਉਹਨਾਂ ਨੂੰ ਕਿਸੇ ਦੀ ਵਡਿਆਈ ਭਾਇਆ ਨਹੀਂ ਕਰਦੀ। ਜਿੱਥੇ ਸੱਜਣ ਮਿੱਤਰ ਹੁੰਦੇ ਉੱਥੇ ਦੋਖੀ ਵੀ ਹੁੰਦੇ ਹਨ। ਵੈਸੇ ਵੀ ਇਹ ਸੰਸਾਰ ਜੋ ਹੈ ਇਹ ਦਵੰਦ ਰੂਪ ਹੈ। ਗੁਰਮੁਖਾਂ ਨਾਲ ਮਨਮੁਖ, ਦੇਵਤਿਆਂ ਨਾਲ ਰਾਖਸ਼, ਚਾਨਣ ਦੇ ਨਾਲ ਹਨੇਰੀ ਰਾਤ, ਗੁਲਾਬ ਦੇ ਫੁੱਲਾਂ ਨਾਲ ਕੰਡੇ, ਇਹ ਤਾਂ ਹੋਣੇ ਲਾਜ਼ਮੀ ਹੀ ਹਨ। ਇਸੇ ਤਰ੍ਹਾਂ ਜਿੱਥੇ ਵੀ ਸੰਤਾਂ ਦੀ ਸਿਮਰਨ ਬੰਦਗੀ ਵਾਲੀ ਇਹ ਪਾਰਟੀ ਸੀ ਉੱਥੇ ਨਿੰਦਕ ਵੀ ਘੱਟ ਨਹੀਂ ਸਨ। ਪਰ ਨਿੰਦਕ ਤੇ ਗੁਰਮੁਖ ਇਹ ਆਪੋ ਆਪਣੀ ਬਿਰਤੀ ਦੇ ਲੋਕ ਹੁੰਦੇ ਨੇ। ਭਾਈ ਗੁਰਦਾਸ ਜੀ ਦਾ ਕਥਨ ਹੈ, ਕਾਉ ਕਪੂਰ ਨ ਚਖਈ ਦੁਰਗੰਧ ਸੁਖਾਵੈ, ਹਾਥੀ ਨੀਰ ਨਵਾਲੀਐ ਸਿਰ ਛਾਰ ਉਡਾਵੈ, ਤੁਮੇ ਅੰਮ੍ਰਿਤ ਸਿੰਜੀਐ ਕੌੜਤ ਨ ਜਾਵੈ, ਸਿਮਲ ਰੁਖ ਸਰੇਵੀਐ ਫਲ ਹੱਥ ਨ ਆਵੈ, ਨਿੰਦਕ ਨਾਮ ਵਿਹੂਣਿਆ ਸਤ ਸੰਗ ਨ ਭਾਵੈ, ਅੰਨਾ ਆਗੂ ਜੇ ਥੀਐ ਸਭ ਸਾਥ ਮੁਹਾਵੈ। ਇਸ ਤਰ੍ਹਾਂ ਨਿੰਦਕਾਂ ਨੂੰ ਸੰਤ ਮਹਾਰਾਜ ਦੀ ਬੰਦਗੀ ਵਾਲੀ ਬਿਰਤੀ ਚੰਗੀ ਨਾ ਲੱਗੀ। ਉਹਨਾਂ ਨੇ ਪਲਟਣ ਦੇ ਕਰਨੈਲ ਕੋਲੇ ਚੁਗਲੀ ਕੀਤੀ ਕਿ ਜਵਾਲਾ ਸਿੰਘ ਨੇ ਫੌਜ ਦੇ ਕਈ ਨੌਜਵਾਨਾਂ ਨੂੰ ਪੁੱਠੇ ਰਾਹ ਪਾ ਦਿੱਤਾ ਤੇ ਉਹ ਸਾਰੇ ਜਵਾਨ ਜਵਾਲਾ ਸਿੰਘ ਦੇ ਹੁਕਮ ਦੇ ਵਿੱਚ ਬੱਝੇ ਰਹਿੰਦੇ ਹਨ। ਪਰ ਕਰਨਲ ਨੇ ਨਿੰਦਕਾਂ ਨੂੰ ਕਿਹਾ ਕਿ ਅਸੀਂ ਤਾਂ ਹੁਕਮ ਵਿਰੋਧੀ ਉਹਨਾਂ ਦੀ ਕੋਈ ਕਾਰਵਾਈ ਦੇਖੀ ਨਹੀਂ। ਪਰ ਨਿੰਦਕ ਬੰਦੇ ਜੋ ਹੁੰਦੇ ਹਨ ਬਹੁਤ ਚਾਲਬਾਜ਼ ਹੁੰਦੇ ਹਨ। ਜਿਉਂ ਨਿਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗੇ ਹੈ ਭ੍ਰਸ਼ਟੀ। ਉਹਨਾਂ ਨੇ ਕਰਨਲ ਸਾਹਿਬ ਨੂੰ ਫੇਰ ਕਿਹਾ ਕਿ ਅਸੀਂ ਤੁਹਾਨੂੰ ਅੱਖੀਂ ਦਿਖਾ ਦਿਆਂਗੇ। ਤਾਂ ਕਰਨਲ ਸਾਹਿਬ ਕਹਿੰਦੇ ਠੀਕ ਹੈ। ਤਾਂ ਚੁਗਲਖੋਰਾਂ ਨੇ ਸੰਤਾਂ ਦੇ ਨਾਲ ਜਵਾਨ ਅੰਦਰ ਬਾਹਰ ਇਕੱਠੇ ਆਉਂਦੇ ਜਾਂਦੇ ਦਿਖਾਲ ਦਿੱਤੇ ਸਾਰੇ। ਕਰਨਲ ਨੂੰ ਵੀ ਸ਼ੱਕ ਪੈ ਗਿਆ ਕਿ ਇਹ ਚੁਗਲਖੋਰ ਸੱਚ ਹੀ ਕਹਿੰਦੇ ਆ। ਕਰਨਲ ਨੇ ਮੁੜ ਆਪਣੀ ਤਸੱਲੀ ਕਰਨ ਲਈ ਸੂਬੇਦਾਰ ਮੇਜਰ ਨੂੰ ਆਪਣੇ ਦਫ਼ਤਰ ਵਿੱਚ ਸੱਦਿਆ ਤੇ ਸੰਤ ਜਵਾਲਾ ਸਿੰਘ ਜੀ ਦੀ ਬਾਬਤ ਪੁੱਛਿਆ ਕਿ ਸਾਰੀ ਪਲਟਣ ਜਵਾਲਾ ਸਿੰਘ ਦੀ ਇੰਨੀ ਆਗਿਆ ਦਾ ਪਾਲਣ ਕਿਉਂ ਕਰਦੀ ਹੈ। ਇਸ ਤਰ੍ਹਾਂ ਜਵਾਨਾਂ ਦਾ ਉਹਦੇ ਨਾਲ ਘੁੰਮਣਾ ਫਿਰਨਾ ਪਲਟਣ ਦੇ ਵਿੱਚ ਬਗਾਵਤ ਵੀ ਪੈਦਾ ਕਰ ਸਕਦਾ ਹੈ। ਸੂਬੇਦਾਰ ਮੇਜਰ ਸੰਤਾਂ ਦਾ ਬਹੁਤ ਸ਼ਰਧਾਲੂ ਸੀ, ਕਿਉਂਕਿ ਹੋਤੀ ਮਰਦਾਨ ਮਹਾਂਪੁਰਖਾਂ ਦਾ ਉਹਦਾ ਜਾਣਾ ਆਉਣਾ, ਮਹਾਂਪੁਰਖਾਂ ਦੇ ਬਚਨ ਸਾਰਾ ਕੁਝ ਉਹਨੇ ਅੱਖੀਂ ਦੇਖਿਆ ਤੇ ਕੰਨੀ ਸੁਣਿਆ ਹੋਇਆ ਸੀ। ਇਸ ਕਰਕੇ ਸੂਬੇਦਾਰ ਮੇਜਰ ਸ਼ਰਧਾਲੂ ਸੀ ਮਹਾਂਪੁਰਖਾਂ ਦਾ। ਉਹਨਾਂ ਨੇ ਸੰਤ ਜੀ ਦੀ ਉਸਤਤੀ ਦੇ ਵਿੱਚ ਕਿਹਾ ਕਿ ਭਾਈ ਜਵਾਲਾ ਸਿੰਘ ਤਾਂ ਰੱਬੀ ਰੂਪ ਵਿਅਕਤੀ ਹੈ, ਉਸ ਦੇ ਵਿੱਚ ਤਾਂ ਪਿਆਰ ਹੀ ਪਿਆਰ ਹੈ। ਜਿਸ ਤਰ੍ਹਾਂ ਖੁਦਾ ਸਦਾ ਪਿਆਰ ਦਾ ਸਰੂਪ ਹੈ, ਉਸੇ ਤਰ੍ਹਾਂ ਦੇ ਉਹਦੇ ਗੁਰਮੁਖ ਹੁੰਦੇ ਹਨ। ਜਵਾਲਾ ਸਿੰਘ ਜੀ ਵੀ ਨਿਰਾ ਪਿਆਰ ਦਾ ਹੀ ਮੁਜੱਸਮਾ ਹਨ, ਕਿਸੇ ਦਾ ਬੁਰਾ ਨਹੀਂ ਸੋਚਦੇ। ਭਜਨੀਕ ਵਿਅਕਤੀ ਹੈ ਤੇ ਭਜਨੀਕ ਵਿਅਕਤੀ ਹੋਣ ਕਰਕੇ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਨ, ਸਦਾ ਨਾਲ ਰਹਿਣ ਦੀ ਇੱਛਾ ਰੱਖਦੇ ਹਨ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਤੋ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਨ। ਕਰਨਲ ਸਾਹਿਬ ਨੇ ਕਿਹਾ ਕਿ ਮੇਰੀ ਤਸੱਲੀ ਤਾਂ ਹੁੰਦੀ ਹੈ ਕਿ ਜੇ ਜਵਾਲਾ ਸਿੰਘ ਇੱਥੇ ਆ ਕੇ ਮੈਨੂੰ ਯਕੀਨ ਕਰਾਵੇ। ਸੂਬੇਦਾਰ ਮੇਜਰ ਕਹਿੰਦੇ ਠੀਕ ਹੈ ਜੀ, ਇਹ ਤਾਂ ਕੋਈ ਵੱਡੀ ਗੱਲ ਨਹੀਂ। ਇਹ ਕਹਿ ਕੇ ਮੇਜਰ ਸਾਹਿਬ ਤੁਰ ਪਏ। ਸੂਬੇਦਾਰ ਮੇਜਰ ਨੇ ਕੁਝ ਹੋਰ ਸਾਥੀ ਸਰਦਾਰ ਨਾਲ ਲਏ ਤੇ ਸ਼ਾਮ ਦੇ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੇਜਰ ਸਾਹਿਬ ਚਲੇ ਗਏ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸੂਬੇਦਾਰ ਮੇਜਰ ਨੇ ਸੰਤਾਂ ਦੇ ਚਰਨਾਂ ਵਿੱਚ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਤੇ ਕਰਨਲ ਸਾਹਿਬ ਦੇ ਨਾਲ ਹੋਈ ਗੱਲ ਸਾਰੀ ਜਿਹੜੀ ਵਿਆਖਿਆ ਸੀ ਸੁਣਾ ਦਿੱਤੀ। ਸੰਤਾਂ ਨੇ ਸੋਚ ਵਿਚਾਰ ਕੇ ਕਿਹਾ, ਸੂਬੇਦਾਰ ਮੇਜਰ ਸਾਹਿਬ
ਇਹ ਲੋਕ ਕੋਈ ਕਰਾਮਾਤ ਦੇਖਣ ਦੇ ਨਾਲ ਆਪਣੀ ਤਸੱਲੀ ਸਮਝਦੇ ਹਨ, ਪਰ ਗੁਰਮਤਿ ਅਨੁਸਾਰ ਆਪਣੀ ਮਾਣ ਵਡਿਆਈ ਲਈ ਕਰਾਮਾਤ ਦਿਖਾਉਣੀ ਇਹ ਠੀਕ ਨਹੀਂ ਹੈ। ਦਸਮ ਪਾਤਸ਼ਾਹ ਦਾ ਫਰਮਾਨ ਹੈ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਤਾਂ ਸਾਰੀ ਸੰਗਤ ਨੇ ਇੱਕ ਰੂਪ ਹੋ ਕੇ ਸੰਤ ਜਵਾਲਾ ਸਿੰਘ ਨੂੰ ਬੇਨਤੀ ਕੀਤੀ ਕਿ ਭਾਵੇਂ ਇਹ ਠੀਕ ਹੈ ਕਿ ਕਰਾਮਾਤ ਕਹਿਰ ਦਾ ਨਾਂ ਹੈ, ਪਰ ਸਰਬੱਤ ਦੇ ਭਲੇ ਅਤੇ ਗੁਰਮਤਿ ਦੇ ਪ੍ਰਚਾਰ ਲਈ ਕਰਾਮਾਤ ਦਿਖਾਉਣੀ ਕੋਈ ਗਲਤ ਗੱਲ ਨਹੀਂ। ਇਸ ਤੋਂ ਬਿਨਾਂ ਕਰਨਲ ਸਾਹਿਬ ਦੀ ਤਸੱਲੀ ਨਹੀਂ ਹੋਣੀ, ਕਿਉਂਕਿ ਭਾਈ ਬਿਧੀ ਚੰਦ ਨੇ ਭਾਈ ਸੁੰਦਰ ਨੂੰ ਕਰਾਮਾਤ ਦਿਖਾ ਕੇ ਹੀ ਗੁਰਮਤਿ ਦਾ ਧਾਰਨੀ ਬਣਾਇਆ ਸੀ। ਇਸ ਲਈ ਤੁਸੀਂ ਇੱਕ ਵਾਰੀ ਕਰਨਲ ਸਾਹਿਬ ਦੀ ਤਸੱਲੀ ਕਰਾ ਦਿਓ, ਉਹ ਵੀ ਸਤਸੰਗੀ ਬਣ ਜਾਣਗੇ। ਫਿਰ ਸੰਤ ਜਵਾਲਾ ਸਿੰਘ ਜੀ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਸਹਿਜ ਸੁਭਾਅ ਕਿਹਾ ਕਿ ਜਿਸ ਤਰ੍ਹਾਂ ਸੰਗਤ ਚਾਹਵੇ ਉਸੇ ਤਰ੍ਹਾਂ ਹੀ ਮਹਾਰਾਜ ਕਰਵਾ ਦੇਣਗੇ। ਸੰਗਤ ਵਿੱਚ ਖੁਸ਼ੀਆਂ ਦਾ ਹੜ੍ਹ ਆ ਗਿਆ, ਜਕਾਰੇ ਛੱਡੇ ਗਏ, ਅਰਦਾਸਾ ਸੋਧਿਆ ਗਿਆ, ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਵੈ। ਸਾਰੀ ਸੰਗਤ ਆਪੋ ਆਪਣੇ ਆਸਣਾਂ ਤੇ ਪਹੁੰਚ ਗਈ, ਪਰ ਸੰਤ ਜਵਾਲਾ ਸਿੰਘ ਜੀ ਸੋਚਾਂ ਦੇ ਵਿੱਚ ਡੁੱਬ ਗਏ ਕਿ ਪਲਟਣ ਦੇ ਵਿੱਚ ਤਾਂ ਸਤਜੁਗ ਵਰਤਿਆ ਹੋਇਆ ਸੀ। ਸਾਰੀ ਫੌਜ ਤੀਜਾ ਤਿੰਨ ਹਿੱਸੇ ਮਾਸ ਖਾਣਾ ਸ਼ਰਾਬ ਪੀਣੀ ਆਦਿਕ ਛੱਡ ਗਏ, ਪਰ ਇਹ ਸਾਡੇ ਤੇ ਦੋਸ਼ ਲਾ ਰਹੇ ਹਨ ਕਿ ਫੌਜ ਦੇ ਵਿੱਚ ਬਗਾਵਤ ਕਰ ਰਹੇ ਹਨ। ਅੰਮ੍ਰਿਤ ਵੇਲਾ ਹੋਇਆ, ਸਤਸੰਗੀਆਂ ਨੇ ਨਿਤ ਕਿਰਿਆ ਕੀਤੀ, ਫੌਜੀ ਸਮੇਂ ਅਨੁਸਾਰ ਪਰੇਡ ਦੀ ਡਿਊਟੀ ਤੇ ਗਏ। ਬਾਅਦ ਵਿੱਚ ਦਫ਼ਤਰਾਂ ਦਾ ਕੰਮ ਸ਼ੁਰੂ ਹੋਇਆ। ਕਰਨਲ ਸਾਹਿਬ ਨੇ ਦਫ਼ਤਰ ਦੇ ਵਿੱਚ ਬੈਠਦਿਆਂ ਹੀ ਸੂਬੇਦਾਰ ਮੇਜਰ ਨੂੰ ਕਿਹਾ ਕਿ ਜਵਾਲਾ ਸਿੰਘ ਨੂੰ ਬੁਲਾ ਕੇ ਲਿਆਓ। ਸੰਤਾਂ ਦੇ ਆਉਣ ਤੋਂ ਪਹਿਲਾਂ ਕਰਨਲ ਸਾਹਿਬ ਨੇ ਇੱਕ ਕਾਗਜ਼ ਦੇ ਉੱਤੇ ਇੱਕ ਵਾਕ ਲਿਖਿਆ ਅੰਗਰੇਜ਼ੀ ਦੇ ਵਿੱਚ, ਜਵਾਲਾ ਸਿੰਘ ਇਜ਼ ਦਾ ਗॉड्स ਮੈਨ, ਵੀ ਜਵਾਲਾ ਸਿੰਘ ਰੱਬੀ ਬੰਦਾ ਹੈ। ਇਹ ਵਾਕ ਵਾਲਾ ਕਾਗਜ਼ ਇੱਕ ਲਿਫਾਫੇ ਵਿੱਚ ਬੰਦ ਕਰਕੇ ਉਸਨੇ ਆਪਣੀ ਨੋਟਬੁੱਕ ਵਿੱਚ ਰੱਖ ਲਿਆ। ਸੰਤ ਆਏ, ਫੌਜ ਦੇ ਅਸੂਲ ਮੁਤਾਬਕ ਉਹਨਾਂ ਨੇ ਸਲੂਟ ਮਾਰਿਆ ਤੇ ਸੀਓ ਨੇ ਨਾਲ ਪਈ ਕੁਰਸੀ ਤੇ ਬੈਠਣ ਲਈ ਕਿਹਾ ਤੇ ਆਪਣੀ ਤਸੱਲੀ ਕਰਾਉਣ ਲਈ ਕਹਿਣ ਲੱਗੇ। ਤੇ ਮਹਾਂਪੁਰਖ ਕਹਿੰਦੇ, ਸਾਹਿਬ ਜੋ ਇੱਛਾ ਹੈ ਪੁੱਛੋ। ਤਾਂ ਉਹ ਕਹਿੰਦੇ, ਮੇਰੀ ਮਨ ਦੀ ਗੱਲ ਦੱਸੋ। ਸੰਤ ਕਹਿੰਦੇ, ਇਹ ਤਾਂ ਬਹੁਤ ਮਾਮੂਲੀ ਜਿਹੀ ਗੱਲ ਹੈ ਵੀ ਤੁਹਾਡੇ ਦਿਲ ਵਿੱਚ ਕੀ ਚੱਲਦਾ, ਜੇ ਅਸੀਂ ਇਹ ਦੱਸ ਦਈਏ। ਤਾਂ ਕਹਿੰਦੇ, ਨਹੀਂ, ਤੁਸੀਂ ਦੱਸੋ ਵੀ ਮੇਰੇ ਅੰਦਰ ਕੀ ਹੈ। ਮਹਾਂਪੁਰਖ ਕਹਿਣ ਲੱਗੇ, ਤੁਹਾਡੇ ਅੰਦਰ ਇਹ ਗੱਲ ਚੱਲ ਰਹੀ ਹੈ ਵੀ ਜੋ ਤੁਸੀਂ ਕਾਗਜ਼ ਦੇ ਉੱਤੇ ਲਿਖ ਕੇ ਇਹ ਲਿਫਾਫੇ ਵਿੱਚ ਪਾ ਕੇ ਤੇ ਆਪਣੀ ਕਾਪੀ ਦੇ ਵਿੱਚ ਰੱਖਿਆ ਹੈ, ਤੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਵੀ ਇਹ ਕੀ ਲਿਖਿਆ ਹੋਇਆ ਹੈ, ਸਾਡੇ ਕੋਲੋਂ ਸੁਣਨਾ ਚਾਹੁੰਦੇ ਹੋ। ਤਾਂ ਉਸ ਵੇਲੇ ਕਰਨਲ ਨੇ ਸੁਣਿਆ ਤੇ ਹੈਰਾਨ ਹੋਇਆ। ਕਹਿੰਦਾ, ਚਲੋ ਜੇ ਤੁਹਾਨੂੰ ਇਹ ਪਤਾ ਹੀ ਲੱਗ ਗਿਆ ਤਾਂ ਹੁਣ ਮੈਨੂੰ ਇਹ ਗੱਲ ਦੱਸੋ ਵੀ ਉਹ ਲਿਖਿਆ ਕੀ ਹੋਇਆ ਹੈ। ਹੁਣ ਸੰਤ ਜਵਾਲਾ ਸਿੰਘ ਜੀ ਅੰਗਰੇਜ਼ੀ ਤਾਂ ਪੜ੍ਹੇ ਨਹੀਂ ਸੀ ਹੋਏ, ਅੰਗਰੇਜ਼ੀ ਤਾਂ ਜਾਣਦੇ ਨਹੀਂ ਸਨ, ਪਰ ਬ੍ਰਹਮ ਗਿਆਨ ਦੀ ਅਵਸਥਾ ਜਿਨ੍ਹਾਂ ਦੀ ਹੋ ਜਾਂਦੀ ਹੈ ਉਹਨਾਂ ਨੂੰ ਸਰਬੱਤ ਗਿਆਨ ਆ ਜਾਂਦਾ ਹੈ। ਕੋਈ ਬੋਲੀ, ਕੋਈ ਭਾਸ਼ਾ, ਕੋਈ ਗਿਆਨ ਉਹਨਾਂ ਤੋਂ ਵਾਂਝਾ ਨਹੀਂ ਹੁੰਦਾ। ਪਰ ਹੁਣ ਅਜੋਕੇ ਬੁੱਧੀਜੀਵੀ ਜੋ ਕਰਾਮਾਤ ਸ਼ਬਦ ਕਹਿਣ ਤੋਂ ਵੀ ਪਰਹੇਜ਼ ਕਰਦੇ ਹਨ, ਉਹਨਾਂ ਦੀ ਆਪਣੀ ਬੁੱਧੀ ਹੀ ਵਿਕਾਰੀ ਹੈ। ਉਹ ਮਨ ਵਿੱਚ ਉੱਠ ਰਹੇ ਵਾਸ਼ਨਾ ਨੂੰ, ਵਿਕਾਰਾਂ ਨੂੰ ਰੋਕ ਨਹੀਂ ਸਕਦੇ। ਇਸ ਲਈ ਰੂਹਾਨੀਅਤ ਦਾ ਕ੍ਰਿਸ਼ਮਾ, ਕਰਾਮਾਤ ਆਦਿ ਉਹਨਾਂ ਨੂੰ ਸੋਝੀ ਕਿੱਥੋਂ ਆਵੇਗੀ। ਕਰਾਮਾਤਾਂ ਤਾਂ ਮਹਾਰਾਜ ਦੇ ਘੋੜਿਆਂ ਔਰ ਕੁੱਤਿਆਂ ਵਿੱਚ ਵੀ ਸਨ। ਸੰਤ ਜਵਾਲਾ ਸਿੰਘ ਕੁਝ ਮਿੰਟ ਅੱਖਾਂ ਮੀਟੀਆਂ ਤੇ ਅਫੁਰ ਹੋਇਆ, ਸਤਿਗੁਰੂ ਜੀ ਦਾ ਧਿਆਨ ਧਾਰਿਆ ਤੇ ਕਾਗਜ਼ ਤੇ ਲਿਖਿਆ ਹੋਇਆ ਅੱਖਰ ਅੱਖਰ ਬੋਲ ਕੇ ਦੱਸ ਦਿੱਤਾ ਵੀ ਤੁਸੀਂ ਅੰਗਰੇਜ਼ੀ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ, ਜਵਾਲਾ ਸਿੰਘ ਇਜ਼ ਦਾ ਗॉड्स ਮੈਨ। ਸੋ ਮਹਾਂਪੁਰਖਾਂ ਦੇ ਮੂੰਹੋਂ ਇਹ ਅੰਗਰੇਜ਼ੀ ਦਾ ਵਾਕ ਸੁਣ ਕੇ ਸੀਓ ਹੈਰਾਨ ਹੋਇਆ ਤੇ ਕਹਿਣ ਲੱਗਾ, ਉਹ ਜਵਾਲਾ ਸਿੰਘ, ਦੈਟ ਇਜ਼ ਦਾ ਬੈਸਟ।
ਤੁਸੀਂ ਮੇਰੇ ਗੋਹਜ ਪ੍ਰਸ਼ਨ ਨੂੰ ਠੀਕ ਠੀਕ ਦੱਸਿਆ ਹੈ। ਫਿਰ ਸੀਓ ਨੇ ਸਤਿਕਾਰ ਵਜੋਂ ਟੋਪੀ ਲਾ ਕੇ ਸੰਤਾਂ ਨੂੰ ਨਮਸਕਾਰ ਕੀਤੀ ਤੇ ਬੜੀ ਸ਼ਰਧਾ ਨਾਲ ਪ੍ਰਸ਼ਨ ਕੀਤਾ, ਮਹਾਂਪੁਰਸ਼ੋ, ਅੰਗਰੇਜ਼ੀ ਦਾ ਸ਼ਬਦ ਹੈ ਚਾਈਲਡ, ਇਸ ਦਾ ਕੀ ਅਰਥ ਹੈ? ਸੰਤ ਜੀ ਕਹਿਣ ਲੱਗੇ ਬਈ ਜਾਣਨਹਾਰ ਤਾਂ ਗੁਰੂ ਨਾਨਕ ਦੇਵ ਜੀ ਹਨ, ਮੈਨੂੰ ਕੀ ਪਤਾ ਹੈ। ਫਿਰ ਸੀਓ ਦੇ ਮਨ ਦੇ ਭਰਮ ਦੂਰ ਕਰਨ ਲਈ ਸੰਤ ਜੀ ਚਾਈਲਡ ਸ਼ਬਦ ਦੇ ਅਰਥ ਸ਼ੁਰੂ ਕਰਨ ਲੱਗੇ, ਕਿਉਂਕਿ ਸੀਓ ਨੂੰ ਇਸ ਗੱਲ ਦਾ ਧਿਆਨ ਕਰਾਉਣਾ ਸੀ ਕਿ ਭਾਰਤ ਵਿੱਚ ਵੀ ਅਨੇਕਾਂ ਈਸਾ ਵਰਗੇ ਫਕੀਰਾਂ ਨੇ, ਮਹਾਂਪੁਰਖਾਂ ਨੇ ਜਨਮ ਲਿਆ ਹੈ, ਜਿਹੜੇ ਤ੍ਰੈਕਾਲਦਰਸ਼ੀ ਹਨ ਅਤੇ ਖੁਦਾ ਦੇ ਬੰਦਿਆਂ ਨੂੰ ਖੁਦਾ ਨਾਲ ਜੋੜਦੇ ਹਨ। ਚਾਈਲਡ ਸ਼ਬਦ ਦਾ ਅਰਥ ਹੈ ਬੱਚਾ। ਜਿਸ ਤਰ੍ਹਾਂ ਬੱਚਾ ਰਾਗ ਦਵੈਸ਼ ਤੋਂ ਰਹਿਤ ਹੁੰਦਾ ਹੈ, ਇਸੇ ਤਰ੍ਹਾਂ ਇਨਸਾਨ ਨੂੰ ਬੱਚੇ ਵਾਂਗ ਨਿਰਛਲ ਗੁਣ ਧਾਰਨ ਕਰਨੇ ਚਾਹੀਦੇ ਹਨ। ਗੁਰਬਾਣੀ ਵਿੱਚ ਗੁਰੂ ਜੀ ਫਰਮਾਉਂਦੇ ਹਨ, ਪਾਇਓ ਬਾਲ ਬੁੱਧ ਸੁਖ ਰੇ। ਸੋ ਜੇ ਇਹ ਬੰਦਾ ਬੱਚਿਆਂ ਵਾਲੀ ਬਿਰਤੀ ਨੂੰ ਗ੍ਰਹਿਣ ਕਰ ਲਵੇ ਤਾਂ ਇਹਨੂੰ ਕੋਈ ਵੀ ਦੁਸ਼ਮਣ ਨਹੀਂ ਲੱਗੇਗਾ। ਜਿਸ ਤਰ੍ਹਾਂ ਤੁਸੀਂ ਸਤਸੰਗੀਆਂ ਵੱਲ ਦੇਖ ਕੇ ਬਗਾਵਤ ਦਾ ਵਿਕਾਰ ਮਨ ਵਿੱਚ ਵਾੜ ਲਿਆ ਤੇ ਸੋਚਦੇ ਹੋ ਵੀ ਇਹ ਜਵਾਲਾ ਸਿੰਘ ਬਗਾਵਤ ਨਾ ਕਰਵਾ ਦੇਵੇ। ਰਾਗ ਦਵੈਸ਼ ਕਰਕੇ ਇਹ ਜੀਵ ਦੂਜੇ ਜੀਵਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ, ਕਿਸੇ ਨੂੰ ਆਪਣਾ ਦੁਸ਼ਮਣ ਸਮਝਦਾ ਹੈ। ਇਸ ਤਰ੍ਹਾਂ ਇਹਦੇ ਆਪਣੇ ਔਗਣ ਹੀ ਇਸ ਨੂੰ ਇਹਦੇ ਆਪਣੇ ਅਸਲੀ ਆਪੇ ਤੋਂ ਦੂਰ ਕਰ ਦਿੰਦੇ ਹਨ। ਫਿਰ ਸੰਤਾਂ ਨੇ ਚਾਈਲਡ ਸ਼ਬਦ ਦੇ ਇਕੱਲੇ ਇਕੱਲੇ ਅੱਖਰ ਦੇ ਅਰਥ ਕਰਨੇ ਸ਼ੁਰੂ ਕੀਤੇ। ਚਾਈਲਡ ਸ਼ਬਦ ਦਾ ਪਹਿਲਾ ਅੱਖਰ ਹੈ ਸੀ। ਸੀ ਤੋਂ ਭਾਵ ਹੈ ਕਰੈਕਟਰ, ਕਰੈਕਟਰ ਤੋਂ ਭਾਵ ਕਿ ਚਾਲ ਚੱਲਣ। ਤੋ ਜੋ ਧਰਮ ਦਾ ਮਾਰਗ ਹੈ, ਇਸ ਦੇ ਉੱਤੇ ਮਨੁੱਖ ਦਾ ਆਚਰਣ, ਚਾਲ ਚੱਲਣ ਸ਼ੁੱਧ ਹੋਣਾ ਚਾਹੀਦਾ ਹੈ। ਜੀਵਨ ਦੇ ਵਿੱਚ ਕਚਿਆਈ ਨਹੀਂ ਹੋਣੀ ਚਾਹੀਦੀ। ਤੋ ਇਸ ਤੋਂ ਅੱਗੇ ਐਚ ਸ਼ਬਦ ਆਉਂਦਾ ਹੈ, ਜਿਸ ਦਾ ਭਾਵ ਹੈ ਹੈਲਥ। ਹੈਲਥ ਤੋਂ ਭਾਵ ਸਿਹਤ। ਹਰ ਵਿਅਕਤੀ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਜਿਸ ਦਾ ਤਨ ਮਜ਼ਬੂਤ ਹੈ ਉਸ ਦਾ ਮਨ ਵੀ ਸ਼ਕਤੀਸ਼ਾਲੀ ਹੁੰਦਾ ਹੈ। ਤੋ ਸਿਹਤ ਜਿਹੜੀ ਹੈ ਇੱਕ ਦੌਲਤ ਦੀ ਤਰ੍ਹਾਂ ਹੈ। ਤੰਦਰੁਸਤੀ ਹਜ਼ਾਰ ਨਿਆਮਤ ਮੰਨੀ ਜਾਂਦੀ ਹੈ। ਸੋ ਇਸ ਵਾਸਤੇ ਇਸ ਸਰੀਰ ਨੂੰ ਖਰਾਬ ਕਰਨ ਵਾਲੇ ਜੋ ਪਦਾਰਥ, ਹੋਰ ਅਨੇਕਾਂ ਤਰ੍ਹਾਂ ਦੇ ਨਸ਼ੇ, ਇਹ ਨਸ਼ੀਲੀਆਂ ਤੇ ਘਿਨਾਉਣੀਆਂ ਚੀਜ਼ਾਂ ਦਾ ਤਿਆਗ ਕਰਨਾ ਜ਼ਰੂਰੀ ਹੈ, ਜੋ ਕਿ ਸਿਹਤ ਨੂੰ ਰਸਾਤਲ ਵੱਲ ਲਿਜਾਂਦੀਆਂ ਹਨ। ਬਾਣੀ ਦਾ ਫਰਮਾਨ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਸੋ ਇਸ ਤਰ੍ਹਾਂ ਨਾਲ ਸਿਹਤ ਦਾ ਧਿਆਨ ਹਰੇਕ ਮਨੁੱਖ ਨੂੰ ਰੱਖਣਾ ਚਾਹੀਦਾ ਹੈ। ਭਗਤੀ ਮਾਰਗ ਦੇ ਉੱਤੇ ਚੱਲਣ ਵਾਲੇ ਦਾ ਜੇ ਸਰੀਰ ਹੀ ਠੀਕ ਨਹੀਂ ਤਾਂ ਉਹ ਇਸ ਮਾਰਗ ਦੇ ਉੱਤੇ ਤਰੱਕੀ ਕਿਵੇਂ ਕਰੇਗਾ। ਸੋ ਇਸ ਤੋਂ ਅਗਲਾ ਜੋ ਅੱਖਰ ਹੈ ਉਹ ਆਈ ਹੈ। ਆਈ ਤੋਂ ਬਣਦਾ ਸ਼ਬਦ ਇੰਡੀਵਿਜੂਅਲ, ਜਿਸ ਦਾ ਭਾਵ ਇਹ ਹੈ ਕਿ ਹਰ ਆਦਮੀ ਵਿਅਕਤੀਗਤ ਤੌਰ ਤੇ ਆਜ਼ਾਦ ਦਿਮਾਗ ਦੇ ਨਾਲ ਇੱਕ ਪਰਮਾਤਮਾ ਦੀ ਇਬਾਦਤ ਦੇ ਵਿੱਚ ਜੁੜਿਆ ਰਹੇ। ਪੰਜਾਂ ਵਿਕਾਰਾਂ ਤੋਂ ਆਜ਼ਾਦੀ ਹਰੇਕ ਮਾਨਵ ਲਈ ਜ਼ਰੂਰੀ ਹੈ। ਪਰਮਾਤਮਾ ਦੀ ਭਗਤੀ ਮੋਹ ਦੀਆਂ ਬੇੜੀਆਂ ਤੋਂ ਨਿਰਲੇਪ ਕਰ ਦਿੰਦੀ ਹੈ। ਸੋ ਆਈ ਅੱਖਰ ਦਾ ਅਰਥ ਮੈਂ ਵੀ ਹੁੰਦਾ ਹੈ, ਵੀ ਸ਼ੁੱਧ ਆਪਾ, ਜਿਸ ਨੂੰ ਵੇਦਾਂਤ ਵਾਲੇ ਅਹੰ ਬ੍ਰਹਮ ਅਸਮੀ, ਇਸਲਾਮ ਵਾਲੇ ਅਨਲ ਹਕ, ਹਮਾਉ ਅਸਤ, ਸੋ ਹਮਾਉ ਸਤ, ਜਿਸ ਦਾ ਅਰਥ ਭਾਵ ਕਿ ਮੈਂ ਹੀ ਬ੍ਰਹਮ ਹਾਂ। ਫਿਰ ਇਹ ਜੀਵ ਆਈ ਦੇ ਅਸਲੀ ਭਾਵ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਸ ਤਰ੍ਹਾਂ ਈਸਾ ਮਸੀਹ ਨੇ ਰੱਬ ਦਾ ਪੁੱਤਰ ਹੋਣ ਦੀ ਹੈਸੀਅਤ ਵਿੱਚ ਸਾਰੀ ਦੁਨੀਆ ਨੂੰ ਖੁਦਾ ਪ੍ਰਸਤੀ ਦਾ ਉਪਦੇਸ਼ ਦਿੱਤਾ। ਇਸ ਕਰਕੇ ਬੁੱਤ ਪ੍ਰਸਤ ਯਹੂਦੀਆਂ ਨੇ ਈਸਾ ਜੀ ਨੂੰ ਆਪਣਾ ਪੈਗੰਬਰ ਨਾ ਮੰਨਦਿਆਂ ਹੋਇਆਂ ਸਲੀਬ ਤੇ ਚੜਾ ਦਿੱਤਾ। ਸੋ ਤੁਸੀਂ ਈਸਾ ਜੀ ਦੀ ਸਿੱਖਿਆਵਾਂ ਨੂੰ ਧਾਰਨ ਕਰੋ, ਇਹ ਕਰਨਲ ਸਾਹਿਬ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ। ਅੱਗੇ ਅੱਖਰ ਆਉਂਦਾ ਹੈ ਐਲ। ਐਲ ਦਾ ਅਰਥ ਹੈ ਲਵ, ਪਿਆਰ। ਪਿਆਰ ਹੀ ਜ਼ਿੰਦਗੀ ਹੈ, ਪਿਆਰ ਹੀ ਪਰਮਾਤਮਾ ਹੈ। ਪਰਮਾਤਮਾ ਤੇ ਉਸਦੇ ਜੀਵਾਂ ਨਾਲ ਪਿਆਰ ਹੀ ਵਧੀਆ ਜੀਵਨ ਜਾਚ ਹੈ। ਦਸਮ ਪਾਤਸ਼ਾਹ ਦਾ ਫਰਮਾਨ ਹੈ, ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਐਲ ਤੋਂ ਦੂਸਰਾ ਸ਼ਬਦ ਹੈ ਲਾਈਫ, ਜ਼ਿੰਦਗੀ। ਜ਼ਿੰਦਗੀ ਤਾਂ ਹੀ ਸਫਲ ਹੈ ਜੇ ਪ੍ਰਮਾਤਮਾ ਨਾਲ ਪਿਆਰ ਕਰੇ, ਨਾਮ ਸਿਮਰਨ ਦੇ ਵਿੱਚ ਲੱਗੇ। ਬਾਣੀ ਦਾ ਫਰਮਾਨ ਹੈ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਚਾਰ ਪੁਕਾਰ ਹੈ ਨਾ ਤੂੰ ਮਨ ਹੈ, ਖਟ ਪੀ ਏਕਾ ਬਾਤ ਬਖਾਨ ਹੈ। ਸੋ ਇਸ ਤਰ੍ਹਾਂ ਨਾਲ ਹੇ ਸਾਹਿਬ ਜੀ, ਕਰਨਲ ਸਾਹਿਬ, 4 ਵੇਦ, 6 ਸ਼ਾਸਤਰ, 18 ਪੁਰਾਣ, ਅੰਜੀਲ, ਤੁਰੇਤ, ਬਾਈਬਲ ਉਪਦੇਸ਼ ਦਿੰਦੇ ਹਨ ਕਿ ਜ਼ਿੰਦਗੀ ਠੀਕ ਰੱਖਣੀ ਹੈ। ਸਾਰਿਆਂ ਵੱਲੋਂ ਉਚੇਤ ਹੋਇਆ ਜੀਵ ਇਹਨਾਂ ਗ੍ਰੰਥਾਂ ਨੂੰ ਪੜ੍ਹਦਾ ਤਾਂ ਹੈ ਪਰ ਮੰਨਦਾ ਨਹੀਂ ਹੈ, ਵਿਕਾਰਾਂ ਵੱਲ ਨੂੰ ਜਾ ਰਿਹਾ ਹੈ, ਗੁਰੂ ਪੀਰਾਂ ਅਵਤਾਰਾਂ ਦੀ ਗੱਲ ਨਹੀਂ ਮੰਨਦਾ, ਚਾਲ ਚੱਲਣ ਵਿਗੜ ਰਿਹਾ ਹੈ। ਸੋ ਇਸ ਤਰ੍ਹਾਂ ਨਾਲ ਜੀਵਨ ਉੱਚਾ ਸੁੱਚਾ ਨਾ ਹੋਣ ਕਰਕੇ ਇਹਦਾ ਸਰੀਰ ਵੀ ਰੋਗੀ ਹੋ ਜਾਂਦਾ ਹੈ। ਤੋ ਡੀ ਅੱਖਰ ਆਖਰੀ ਦੇ ਵਿੱਚ ਆਉਂਦਾ ਹੈ, ਡੀ ਤੋਂ ਬਣਿਆ ਹੈ ਡਿਸਪਲਿਨ। ਡਿਸਪਲਿਨ ਤੋਂ ਭਾਵ ਅਨੁਸ਼ਾਸਨ, ਰਹਿਣ ਸਹਿਣ ਦਾ ਢੰਗ। 84 ਲੱਖ ਜੂਨਾਂ ਵਿੱਚ ਭਟਕਣ ਤੋਂ ਬਾਅਦ ਮਾਨਸ ਦੇਹੀ ਪ੍ਰਾਪਤ ਹੋਈ ਹੈ। ਹੁਣ ਮਨੁੱਖੀ ਜੀਵ ਨੇ ਸ਼ੁਭ ਆਚਾਰ ਨਾਲ ਪਰਮਾਤਮਾ ਵਿੱਚ ਲੀਨ ਹੋਣਾ ਹੈ ਤੇ ਉਸ ਪ੍ਰਭੂ ਵਿੱਚ ਲਿਵਲੀਨ ਹੋਣ ਲਈ ਹੁਕਮ ਦੇ ਵਿੱਚ ਰਹਿਣਾ ਜ਼ਰੂਰੀ ਹੈ। ਸੋ ਜਿੰਨੇ ਵੀ ਕਾਨੂੰਨ ਸਰਕਾਰਾਂ ਬਣਾਉਂਦੀਆਂ ਹਨ, ਜਿਸ ਤਰ੍ਹਾਂ ਟ੍ਰੈਫਿਕ ਦੇ ਰੂਲਸ ਹਨ, ਹੋਰ ਨਿਯਮ ਬਣਾਏ ਜਾਂਦੇ ਨੇ, ਜੇਕਰ ਕੋਈ ਡਿਸਪਲਿਨ ਦੇ ਵਿੱਚ ਰਹਿੰਦਾ ਹੈ, ਅਨੁਸ਼ਾਸਨ ਦੇ ਵਿੱਚ ਰਹਿੰਦਾ ਹੈ, ਤਾਂ ਉਹਨੂੰ ਕਿਸੇ ਦਾ ਵੀ ਡਰ ਨਹੀਂ ਤੇ ਆਪਣਾ ਜੀਵਨ ਸੁਖੀ ਬਤੀਤ ਕਰਦਾ ਹੈ। ਤੋ ਜੇ ਕੋਈ ਸੜਕਾਂ ਤੇ ਚੱਲਣ ਵਾਲਾ ਕਹੇ ਵੀ ਮੈਂ ਆਪਣੀ ਮਰਜ਼ੀ ਨਾਲ ਗੱਡੀ ਚਲਾਉਣੀ ਹੈ ਤੇ ਮੈਂ ਟ੍ਰੈਫਿਕ ਦੇ ਰੂਲਸ ਨੂੰ, ਟ੍ਰੈਫਿਕਾਂ ਦੇ ਨਿਯਮਾਂ ਨੂੰ ਨਹੀਂ ਮੰਨਣਾ, ਤਾਂ ਉਹ ਆਪਣੇ ਲਈ ਵੀ ਖਤਰਾ ਪੈਦਾ ਕਰਦਾ ਹੈ ਤੇ ਦੂਜਿਆਂ ਲਈ ਵੀ ਖਤਰਾ ਖੜਾ ਕਰ ਦਿੰਦਾ ਹੈ। ਸੋ ਡਿਸਪਲਿਨ ਜੀਵਨ ਦੇ ਵਿੱਚ ਬੜਾ ਜ਼ਰੂਰੀ ਹੈ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹਰੇਕ ਕਿਸਮ ਦਾ ਡਿਸਪਲਿਨ ਸਮਝਾਇਆ ਹੈ। ਸਿੱਖ ਉੱਠੇ ਕਿਹੜੇ ਵੇਲੇ, ਸਿੱਖ ਦਾ ਖਾਣਾ ਪੀਣਾ ਕਿਹੋ ਜਿਹਾ ਹੋਵੇ, ਸਿੱਖ ਦਾ ਜੀਵਨ ਕਿਹੋ ਜਿਹਾ ਹੋਵੇ, ਪੂਰੀ ਮਰਜ਼ਾਦਾ ਰਹਿਤਨਾਮਿਆਂ ਦੇ ਵਿੱਚ ਮਹਾਰਾਜ ਨੇ ਸਿੱਖ ਨੂੰ ਦਿੱਤੀ ਹੈ। ਸੋ ਇਸ ਚਾਈਲਡ ਲਫ਼ਜ਼ ਦੇ ਅਰਥ ਮਹਾਂਪੁਰਖਾਂ ਨੇ ਕਰਨਲ ਸਾਹਿਬ ਨੂੰ ਸਮਝਾਏ। ਪ੍ਰਭੂ ਦਾ ਕਾਨੂੰਨ ਹੀ ਧਰਮ ਹੈ ਤੇ ਜੋ ਦਇਆ ਤੋਂ ਜਨਮਦਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਦਇਆ ਤੇ ਸੰਤੋਖ ਸਰਬ ਜੀਵਾਂ ਦੀ ਆਤਮਾ ਦੀ ਪਛਾਣ ਬਣਦਾ ਹੈ, ਕਿਉਂਕਿ ਆਤਮ ਦ੍ਰਿਸ਼ਟੀ ਦਵੈਖ ਭਾਵਨਾ ਖਤਮ ਕਰਦੀ ਹੈ। ਇਸ ਤਰ੍ਹਾਂ ਪ੍ਰਭੂ ਦੀ ਅੰਸ਼ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੀ ਹੈ। ਸੰਤ ਅਨੰਤ ਵਿੱਚ ਕੋਈ ਭੇਦ ਨਹੀਂ ਰਹਿੰਦਾ। ਸੋ ਇਸ ਲਈ ਕਰਨਲ ਸਾਹਿਬ, ਤੁਹਾਨੂੰ ਇਹ ਫਿਕਰ ਨਹੀਂ ਕਰਨਾ ਚਾਹੀਦਾ ਕਿ ਜਵਾਲਾ ਸਿੰਘ ਬਗਾਵਤ ਕਰ ਦੇਵੇਗਾ, ਪਰ ਇਹ ਕੁਝ ਦਿਨਾਂ ਦਾ ਰਾਜ ਤਾਂ ਕੀ, ਸਾਨੂੰ ਤਾਂ ਤ੍ਰੈਲੋਕੀ ਦਾ ਰਾਜ ਵੀ ਨਹੀਂ ਚਾਹੀਦਾ। ਇੱਕ ਸਾਧ ਪੁਰਸ਼ ਨੂੰ ਨਾ ਰਾਜ ਦੀ ਲੋੜ ਹੈ ਨਾ ਮੁਕਤੀ ਦੀ। ਜੇ ਲੋੜ ਹੈ ਤਾਂ ਮਾਲਕ ਦੇ ਚਰਨਾਂ ਕਮਲਾਂ ਦੀ ਪ੍ਰੀਤੀ ਦੀ ਲੋੜ ਹੈ। ਹੁਣ ਤੁਹਾਡੀ ਤਸੱਲੀ ਹੋ ਗਈ ਹੋਵੇਗੀ ਤੇ ਅੱਗੇ ਤੋਂ ਕਿਸੇ ਵੀ ਫਕੀਰ ਸਾਧੂ ਦੀ ਪਰਖ ਕਰਾਮਾਤ ਦੀ ਕਸਵੱਟੀ ਤੇ ਨਹੀਂ ਕਰਨੀ, ਕਿਉਂਕਿ ਜੇ ਰੱਬ ਦੇ ਪਿਆਰਿਆਂ ਨੂੰ ਇਸ ਤਰ੍ਹਾਂ ਪਰਖੀਏ ਤਾਂ ਕਰਨਲ ਸਾਹਿਬ ਕਈ ਵਾਰੀ ਲੈਣੇ ਦੇ ਦੇਣੇ ਵੀ ਪੈ ਸਕਦੇ ਹਨ। ਇਹ ਬਚਨ ਸੁਣ ਕੇ ਸੀਓ ਆਪਣੇ ਕਹੇ ਸ਼ਬਦਾਂ ਦੀ ਮੁਆਫੀ ਮੰਗਣ ਲੱਗਾ ਤੇ ਚੁਗਲਾਂ ਨੂੰ ਕਾਫੀ ਝਾੜਾਂ ਪਾਈਆਂ। ਨੌਕਰੀ ਤੋਂ ਖਾਰਜ ਕਰਨ ਦਾ ਹੁਕਮ ਦੇ ਦਿੱਤਾ। ਨੌਕਰੀ ਤੋਂ ਖਾਰਜ ਕਰਨ ਦਾ ਹੁਕਮ ਦੇ ਦਿੱਤਾ। ਪਰ ਸੰਤ ਜਵਾਲਾ ਸਿੰਘ ਜੀ ਨੇ ਉਹਨਾਂ ਸਾਰਿਆਂ ਨੂੰ ਦੁਬਾਰਾ ਬਹਾਲ ਕਰਾਇਆ। ਉਹਨਾਂ ਨੂੰ ਆਪੋ ਆਪਣੇ ਸੁਭਾਅ ਅਨੁਸਾਰ ਸੋ ਕਾਰਜ ਕਰਨ ਵਾਸਤੇ ਕਿਹਾ। ਕਿਸੇ ਦੇ ਦੋਸ਼ ਨਹੀਂ ਦੇਖਣੇ ਚਾਹੀਦੇ। ਇਸ ਤਰ੍ਹਾਂ ਸੀਓ ਵੀ ਸੰਤਾਂ ਦਾ ਮੁਰੀਦ ਬਣ ਗਿਆ, ਸ਼ਰਧਾਲੂ ਬਣ ਗਿਆ। ਪਲਟਣ ਦੇ ਵਿੱਚ ਸਤਜੋਗੀ ਵਰਤ ਗਿਆ। ਕਰਨਲ ਵੀ ਗੁਰਸਿੱਖਾਂ ਵਾਂਗ ਸੰਤਾਂ ਨੂੰ ਡੰਡੌਤ ਬੰਦਨਾ ਕਰਿਆ ਕਰੇ ਤੇ ਸੰਤਾਂ ਅੱਗੇ ਹੱਥ ਜੋੜ ਕੇ ਖੜਿਆ ਕਰੇ। ਸੋ ਕਹਿਣ ਲੱਗਾ, ਕਹਿੰਦਾ ਮਹਾਰਾਜ ਜੀ, ਅੱਜ ਤਾਂ ਤੁਸੀਂ ਮੇਰੇ ਦਫ਼ਤਰ ਨੂੰ ਰੱਬ ਦਾ ਘਰ ਚਰਚ ਹੀ ਬਣਾ ਦਿੱਤਾ ਹੈ। ਤੋ ਇਸ ਤਰ੍ਹਾਂ ਨਾਲ ਮਹਾਂਪੁਰਸ਼ ਕਹਿਣ ਲੱਗੇ ਕਿ ਸਤਿਗੁਰੂ ਵਿੱਚ ਅਨੰਤ ਸ਼ਕਤੀਆਂ ਹਨ। ਜਿਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਪੰਡਤ ਦਾ ਹੰਕਾਰ ਤੋੜਨ ਲਈ ਮੂਰਖ, ਗੁੰਗੇ ਤੇ ਬੋਲੇ, ਛੱਜੂ ਝਿਊਰ ਦੇ ਸਿਰ
ਨੱਥ ਕਰਵਾ ਦਿੱਤਾ। ਔਰ ਇਸੇ ਪ੍ਰਕਾਰ ਹੋਰ ਅਨੇਕਾਂ ਘਟਨਾਵਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਭੇਜਿਆ ਕਿ ਤੁਸੀਂ ਸਰਕਾਰ ਦੇ ਸਵਾਲਾਂ ਦਾ ਜਵਾਬ ਦੇ ਕੇ ਆਓ। ਤੋ ਮਹਾਰਾਜ ਜੀ ਕਹਿਣ ਲੱਗੇ ਮੈਂ ਤੇ ਅਨਪੜ੍ਹ ਹਾਂ, ਪਰ ਗੁਰੂ ਅਮਰਦਾਸ ਕਹਿਣ ਲੱਗੇ ਕਿ ਤੁਹਾਨੂੰ ਜੋ ਵੀ ਸਵਾਲ ਪੁੱਛਣਗੇ ਤੁਸੀਂ ਆਪਣੀ ਖੱਬੀ ਬਾਂਹ ਵੱਲ ਵੇਖਣਾ, ਤੁਹਾਡੀ ਬਾਂਹ ਦੇ ਉੱਤੇ ਉਹ ਸਾਰਾ ਗਿਆਨ ਲਿਖਿਆ ਹੋਇਆ ਆ ਜਾਏਗਾ, ਸਾਰੇ ਸਵਾਲਾਂ ਦੇ ਜਵਾਬ ਆ ਜਾਣਗੇ। ਤੋ ਇਸ ਤਰ੍ਹਾਂ ਨਾਲ ਮਹਾਰਾਜ ਜੀਆਂ ਨੇ ਪ੍ਰਤੱਖ ਕਰਾਮਾਤਾਂ ਕਰਕੇ ਵਿਖਾਈਆਂ ਹਨ। ਸੋ ਅਨੇਕਾਂ ਹੀ ਐਸੀਆਂ ਘਟਨਾਵਾਂ ਹੋਰ ਵੀ ਗੁਰ ਇਤਿਹਾਸ ਦੇ ਵਿੱਚ ਆਈਆਂ। ਸੋ ਗੁਰੂ ਜੀ ਨੇ ਸੰਤ ਜਵਾਲਾ ਸਿੰਘ ਜੀ ਦੀ ਰਸਨਾ ਤੇ ਬੈਠ ਕੇ ਕਰਨਲ ਦਾ ਹੰਕਾਰ ਤੋੜਿਆ, ਕਿਉਂਕਿ ਪ੍ਰਮਾਤਮਾ ਜੋ ਹੈ ਜੁਗਾਂ ਜੁਗਾਂ ਤੋਂ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਹੈ। ਸੰਤ ਜਵਾਲਾ ਸਿੰਘ ਜੀ ਨੇ ਪਲਟਨ ਵਿੱਚ ਨੌਕਰੀ ਕਰਦਿਆਂ ਗੁਰਬਾਣੀ ਬਣੀਆਂ ਅਨੁਸਾਰ ਆਪਣਾ ਜੀਵਨ ਢਾਲ ਲਿਆ ਸੀ। ਸੋ ਪਲਟਨ ਦੇ ਵਿੱਚੋਂ ਜਦੋਂ ਛੁੱਟੀ ਵੀ ਆਉਂਦੇ ਤਾਂ ਵੀ ਭਗਤੀ ਸਿਮਰਨ ਦਾ ਕੰਮ ਉਸੇ ਤਰ੍ਹਾਂ ਚੱਲਦਾ ਰਹਿੰਦਾ। ਛੁੱਟੀ ਵਿੱਚ ਸੰਤ ਆਇਆ ਸਿੰਘ ਜੀ ਦਰਸ਼ਨ ਕਰਨ ਜ਼ਰੂਰ ਜਾਂਦੇ ਤਾਂ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਨੂੰ ਸੰਤ ਆਇਆ ਸਿੰਘ ਜੀ ਆਪਣਾ ਲਾਡਲਾ ਪੁੱਤ ਕਹਿ ਕੇ ਬੁਲਾਇਆ ਕਰਦੇ। ਸੋ ਇੱਕ ਵਾਰ ਦਾ ਬਚਨ ਹੈ ਕਿ ਸੰਤ ਜਵਾਲਾ ਸਿੰਘ ਜੀ ਹੋਤੀ ਮਰਦਾਨ ਨੂੰ ਜਾ ਰਹੇ, ਉੱਥੇ ਮਹਾਂਪੁਰਸ਼ਾਂ ਦੀ ਆਗਿਆ ਨਾਲ ਖੇਤਾਂ ਵਿੱਚ ਹਲ ਜੋਤਣ ਲੱਗੇ। ਖੇਤ ਦੇ ਨੇੜਿਓਂ ਲੰਘਦੇ ਦੋ ਪਠਾਨ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਜਾ ਰਹੇ ਸੀ। ਸੰਤ ਜਵਾਲਾ ਸਿੰਘ ਜੀ ਤੋਂ ਬਾਬਾ ਆਇਆ ਸਿੰਘ ਜੀ ਦੀ ਨਿੰਦਿਆ ਸਹਾਰੀ ਨਾ ਗਈ। ਉਹਨਾਂ ਨੇ ਹਲ ਉੱਥੇ ਹੀ ਖੜਾ ਕਰ ਦਿੱਤਾ ਤੇ ਪਠਾਣਾਂ ਨੂੰ ਸੋਧਾ ਲਾਉਣ ਲੱਗੇ। ਜਦੋਂ ਪਠਾਣਾਂ ਦੀ ਵਾਹਵਾ ਦੁਰਗਤੀ ਕੀਤੀ ਤਾਂ ਉਹ ਗੁਰੂ ਦਾ ਵਾਸਤਾ ਪਾਉਣ ਲੱਗੇ ਵੀ ਤੈਨੂੰ ਤੇਰੇ ਗੁਰੂ ਦਾ ਵਾਸਤਾ ਸਾਨੂੰ ਛੱਡ ਦੇ। ਸੰਤਾਂ ਨੇ ਫੇਰ ਪਠਾਣਾਂ ਨੂੰ ਛੱਡਿਆ। ਜਦੋਂ ਸੰਤ ਜਵਾਲਾ ਸਿੰਘ ਜੀ ਖੇਤ ਵਾਹ ਕੇ ਸੰਤ ਆਇਆ ਸਿੰਘ ਜੀ ਦਰਸ਼ਨਾਂ ਨੂੰ ਡੇਰੇ ਆਏ ਤਾਂ ਅੱਗੋਂ ਮਹਾਰਾਜਾ ਆਇਆ ਸਿੰਘ ਜੀ ਨੇ ਸੰਤਾਂ ਵੱਲ ਪਿੱਠ ਕਰ ਲਈ। ਤੇ ਜਦੋਂ ਸੰਤਾਂ ਨੇ ਅਰਜ਼ ਕੀਤੀ ਮਹਾਰਾਜ ਮੇਰੇ ਤੋਂ ਕੀ ਅਵੱਗਿਆ ਹੋ ਗਈ, ਤਾਂ ਮਹਾਂਪੁਰਸ਼ ਕਹਿਣ ਲੱਗੇ ਜਿਨ੍ਹਾਂ ਪਠਾਣਾਂ ਨੂੰ ਤੁਸੀਂ ਕਟਾਪਾ ਚਾੜ ਕੇ ਆਏ ਹੋ ਕੀ ਉਹ ਰੱਬ ਦੇ ਬੰਦੇ ਨਹੀਂ ਸਨ? ਸੰਤ ਜਵਾਲਾ ਸਿੰਘ ਨੇ ਕਿਹਾ ਮਹਾਰਾਜ ਉਹ ਪਠਾਨ ਆਪ ਜੀ ਦੀ ਨਿੰਦਿਆ ਕਰ ਰਹੇ ਸੀ ਤੇ ਮਹਾਰਾਜ ਦਾ ਹੁਕਮ ਹੈ ਬਾਣੀ ਦੇ ਵਿੱਚ ਗੁਰ ਕੀ ਨਿੰਦਾ ਸੁਣੇ ਨਾ ਕਾਨ ਤਿਸ ਕਾ ਸੀਸ ਭੇਟ ਕਰੇ ਕਿਰਪਾਨ। ਸੋ ਇਸ ਕਰਕੇ ਦਾਸ ਨੇ ਪਠਾਣਾਂ ਨੂੰ ਮਾਫੀ ਮੰਗਣ ਲਈ ਮਜਬੂਰ ਕਰ ਦਿੱਤਾ। ਪਰ ਬਾਬਾ ਆਇਆ ਸਿੰਘ ਜੀ ਬੋਲੇ ਕਿ ਸਾਰੀ ਜਿਹੜੀ ਸ੍ਰਿਸ਼ਟੀ ਹੈ ਗਰੀਬ ਨਵਾਜ ਵਾਹਿਗੁਰੂ ਦੀ ਸਿਰਜੀ ਹੋਈ ਹੈ। ਇਸ ਦੇ ਵਿੱਚ ਵਿਵੇਕ ਬੁੱਧੀ ਵਾਲੇ ਵੀ ਹਨ ਤੇ ਮਲੀਨ ਬੁੱਧੀ ਵਾਲੇ ਵੀ ਹਨ। ਜਿਸ ਅਨੁਸਾਰ ਉਹ ਆਪੋ ਆਪਣੇ ਕਾਰਜ ਚਲਾ ਰਹੇ ਹਨ। ਮਨੁੱਖ ਦੇ ਹੱਥ ਵਿੱਚ ਕੁਝ ਨਹੀਂ, ਇਹ ਤਾਂ ਸਾਰੇ ਪਰਮੇਸ਼ਰ ਦੀਆਂ ਕਠਪੁਤਲੀਆਂ ਹਨ। ਭਾਂਤ ਭਾਂਤ ਦੇ ਨਾਚ ਨੱਚਦੇ ਹਨ। ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਆਖਣ ਜੋਰ ਚੁੱਪੈ ਨਹਿ ਜੋਰ। ਅਥਵਾ ਇਸ ਤਰ੍ਹਾਂ ਦਾ ਵੀ ਬਚਨ ਹੈ ਇਹਨਾਂ ਜਨਤਾਂ ਕੈ ਵਸ ਕਿਛ ਨਾਹੀ ਤੁਧ ਵੇਖੀ ਜਗਤ ਉਪਾਇਆ। ਫਿਰ ਤੁਸੀਂ ਕਿਉਂ ਗੁੱਸੇ ਵਿੱਚ ਆਏ? ਇਹ ਸੁਣਦਿਆਂ ਸੰਤਾਂ ਨੇ ਨਿਮਰਤਾ ਨਾਲ ਗਲ ਵਿੱਚ ਪੱਲਾ ਪਾ ਕੇ ਖਿਮਾ ਮੰਗੀ ਤੇ ਫਿਰ ਸਦਾ ਹੀ ਦਵੈਤ ਭਾਵਨਾ ਤੋਂ ਦੂਰ ਰਹੇ। ਐਸੀ ਦ੍ਰਿਸ਼ਟੀ ਬਣਾ ਦਿੱਤੀ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੈ। ਐਸੀ ਅਵਸਥਾ ਬਣਾ ਦਿੱਤੀ। ਤੋ ਆਪ ਜੀ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦੇ ਅਨੁਸਾਰ ਆਪਣਾ ਜੀਵਨ ਇਸ ਬਚਨ ਅਨੁਸਾਰ ਢਾਲ ਲਿਆ। ਸੋ ਇਸ ਤੋਂ ਅੱਗੇ ਹੁਣ ਮਹਾਂਪੁਰਖ ਵਿਸ਼ਵ ਜੰਗ ਦੇ ਵਿੱਚ 1914 ਵਿੱਚ ਗਏ। ਪਹਿਲੀ ਵਿਸ਼ਵ ਜੰਗ ਵਰਲਡ ਵਾਰ ਜੋ ਹੋਈ ਉਹ ਵਿਚਾਰ ਆਪਾਂ ਕੱਲ ਨੂੰ ਆਰੰਭ ਕਰਾਂਗੇ। ਮਹਾਰਾਜ ਮਿਹਰ ਕਰਨ। ਸੋ ਇਹ ਪਵਿੱਤਰ ਜੀਵਨ ਸਾਧੂਆਂ ਦਾ ਕਥੜੀਆਂ ਸੰਤਾਂ ਤੇ ਸੁਖਾਊ ਪੰਧੀਆਂ ਮਹਾਂਪੁਰਖਾਂ ਦੀਆਂ ਜੋ ਕਥਾ ਕਹਾਣੀਆਂ ਹੋਇਆ ਕਰਦੀਆਂ ਨੇ, ਇਹ ਜਗਿਆਸੂਆਂ ਵਾਸਤੇ ਜੀਵਨ ਦਾ ਮਾਰਗ ਦਰਸ਼ਨ ਕਰਦੀਆਂ ਨੇ। ਬੜੇ ਪਿਆਰ ਦੇ ਨਾਲ ਆਪਾਂ ਇਹ ਬਚਨ ਪੜ੍ਹਨੇ ਹਨ, ਬਚਨ ਸੁਣਨੇ ਹਨ। ਮਹਾਰਾਜ ਮਿਹਰ ਕਰਨ ਜਿਵੇਂ ਉਹਨਾਂ ਸਾਧੂਆਂ ਨੇ ਉਹਨਾਂ ਸੰਤਾਂ ਨੇ ਆਪਣਾ ਜੀਵਨ ਮਹਾਂਪੁਰਖਾਂ ਨੇ ਬਣਾਇਆ।
ਉਸੇ ਤਰ੍ਹਾਂ ਆਪਾਂ ਇਹਨਾਂ ਬਚਨਾਂ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਬਣਾ ਸਕੀਏ। ਸਤਿਗੁਰੂ ਮਹਾਰਾਜ ਸਭ ਦਾ ਭਲਾ ਕਰਨ। ਜਿਤਨੇ ਵੀ ਸਰੀਰ ਆਪ ਜੀ ਜੁੜੇ ਹੋਏ ਹੋ, ਸਭ ਦਾ ਧੰਨਵਾਦ। ਆਪਣੇ ਸਮੇਂ ਅਨੁਸਾਰ ਹਰ ਰੋਜ਼ 3 ਤੋਂ 4 ਵਜੇ ਤੱਕ ਸਮੇਂ ਅਨੁਸਾਰ ਸਾਰੇ ਜ਼ਰੂਰ ਜੁੜਿਆ ਕਰੋ। ਬਾਅਦ ਵਿੱਚ ਵੀ ਜਿਨ੍ਹਾਂ ਦਾ ਸਮਾਂ ਲੱਗਦਾ ਹੈ ਤੋ ਇਹਨਾਂ ਪਵਿੱਤਰ ਬਚਨਾਂ ਨੂੰ, ਜੋ ਮਹਾਂਪੁਰਖਾਂ ਦਾ ਜੀਵਨ ਹੈ, ਆਪ ਜੀ ਨੇ ਜ਼ਰੂਰ ਸਰਵਣ ਕਰ ਲੈਣਾ ਜੀ। ਇਹ ਪਹਿਲੀ ਵਾਰ ਐਸਾ ਸਮਾਂ ਬਣ ਸਕਿਆ ਜੋ ਮਹਾਂਪੁਰਖਾਂ ਦਾ ਸੰਤ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਪੂਰਨ ਬ੍ਰਹਮ ਗਿਆਨੀ ਤਤ ਬੇਤੇ, ਉਹਨਾਂ ਦਾ ਜੀਵਨ ਇਸ ਤਰ੍ਹਾਂ ਸੁਣਨ, ਪੜ੍ਹਨ ਅਤੇ ਸੁਣਾਉਣ ਦਾ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸੋ ਕਿਰਪਾ ਕਰਨ ਸਤਿਗੁਰੂ, ਆਪਾਂ ਸਾਰਿਆਂ ਨੂੰ ਸੋਝੀ ਸਮੱਤ ਬਖਸ਼ ਕੇ ਤੇ ਆਪਾਂ ਤੋਂ ਇਹ ਸੇਵਾ ਮਹਾਰਾਜ ਜੀ ਲੈਣ। ਆਪ ਜੀ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ। 2-4 ਮਿੰਟ ਜਿਹੜੇ ਰਹਿੰਦੇ ਨੇ, ਆਓ ਆਪਾਂ ਗੁਰਮੰਤਰ ਦਾ ਜਾਪ ਕਰੀਏ ਤੇ ਫਿਰ ਆਪ ਜੀ ਤੋਂ ਖਿਮਾ ਮੰਗੀਏ ਜੀ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸ਼ਲੋਕ ਮਹੱਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲੈ ਹੋ ਉਬਾਰ। ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ। ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।